पर यह ट्रू है कि इस लड़की दे इस परिवार ने शादी करने तो बाद एक दिन भी यदी मां ने रिलेशन नहीं बना दिते, दूजा उन्होंने तो लखा ही रुपया ले लिया, फीस लैके कैनेडा आ गई है। हुण मुंडे ने जवाब दिता उन्हें गल नहीं करते, जो कोविड भी है तो भी दसो कि कोविड के असीं स्पॉन्सर नहीं कर सकते, वेट की जाए, सगों कटाते हैं, सगों कि ये बैठी इत्थों NRI थाने नूं रिपोर्ट दे रही है। इन्हें क्या कि मैं प्रोसीड नहीं की लाइफ। तुहाडी जिहड़ी लैंगुएज है मस्ट वाच योर लैंगुएज, तुसीं गल करने का तरीका सीखो और तुसीं एरोगेंट हो। यू टॉकिंग टू जोगिंदर बासी मस्ट वाच योर लैंगुएज, मस्ट वाच योर बिहेवियर। आई एम आस्किंग यू, यू हैव टू गिव राइट आंसर, अदरवाइज यू कैन हैंग अप द लाइन। ਜਿਹੜਾ ਇਹਨਾਂ ਨੇ 25 ਲੱਖ ਲੈ ਪਹਿਲਾਂ Forget about 25 lakh. ਤੁਸੀਂ ਇਹਦੀ ਰਿਕਾਰਡਿੰਗ just don't talk too much. Hold on please. Hold, listen to me. ਰਿਕਾਰਡਿੰਗ ਦਿਓ ਮੈਨੂੰ, ਸੁਣਾਓ ਆਪਣੀ। ਤੇ ਮੇਰਾ ਬਾਈ ਲਾਅ ਕੇਸ ਲੜ ਰਹੇ ਆ। ਤੁਸੀਂ ਮੈਨੂੰ ਇੱਕ doesn't matter, ਮੈਨੂੰ ਰਿਕਾਰਡਿੰਗ ਸੁਣਾਓ ਜਿਹਦੇ ਵਿੱਚ ਥ੍ਰੈਟ ਕੀਤਾ ਗਿਆ ਹੈ। ਸਰ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੀ। No, you listen to me what I'm saying. ਮੇਰੀ ਗੱਲ ਤਾਂ ਸੁਣੋ। No, I'm sorry. You listen to me what I'm saying. You lying. ਤੁਸੀਂ ਚਾਹੁੰਦੇ ਹੋ, ਆਪ ਜੀ ਕੁਝ ਚਾਹੁੰਦੇ ਹੋ ਆਪਣੇ ਕਮਲ ਜੀ ਕਿ ਤੁਸੀਂ ਇਹ ਤੁਹਾਡੇ ਦੋਸ਼ ਲਾ ਰਹੇ ਨੇ ਕਿ ਤੁਸੀਂ ਪੈਸੇ ਲੈ ਕੇ ਮੁੱਕਰ ਗਏ ਤੇ ਤੁਹਾਡੀ ਸ਼ਾਦੀ ਹੋਈ, ਤੁਸੀਂ ਇੱਕ ਵੀ ਦਿਨ ਇਹਨਾਂ ਦੇ ਸਾਰੇ ਪਰਿਵਾਰ ਦੇ ਘਰ ਨਹੀਂ ਠਹਿਰੇ, ਤੁਸੀਂ ਰਿਲੇਸ਼ਨ ਨਹੀਂ ਬਣਾਏ, ਕੀ ਕਹਿਣਾ ਚਾਹੁੰਦੇ ਹੋ? ਗੁਰਪ੍ਰੀਤ, ਤੁਹਾਡੇ ਵੱਲੋਂ ਸਾਨੂੰ ਡਿਸਟਰਬੈਂਸ ਹੋਣ ਦਾ ਕਾਰਨ ਹੈ ਤੁਸੀਂ ਪੂਰਾ ਸਾਥ ਨਹੀਂ ਦੇ ਰਹੇ ਔਰ ਲਾਈਨ ਜਿਹੜੀ ਹੈ ਲੀਗਲ ਪੈਨਲ ਕਿਸੇ ਸਮੇਂ ਵੀ ਸਟਾਪ ਕਰ ਸਕਦਾ। ਆਈ ਐਮ ਸੌਰੀ, ਇਨ ਆਵਰ ਹੈਂਡ। ਸੋ ਤੁਹਾਡੀ ਸ਼ਾਦੀ ਜਿਹੜੀ ਹੈ 4 ਅਗਸਤ 2019 ਨੂੰ ਹੁੰਦੀ ਹੈ ਤੇ ਲੜਕੀ ਤੁਹਾਡੀ ਵਾਈਫ ਦਾ ਨਾਮ ਕੀ ਹੈ? ਸਰ ਉਹਨਾਂ ਦਾ ਨਾਮ ਕਮਲਜੀਤ ਕੌਰ ਹੈ ਜੀ। ਕਮਲਜੀਤ ਕੌਰ ਕਿੰਨਾ ਸਮਾਂ ਤੁਹਾਡੇ ਨਾਲ ਰਹੀ ਇੱਥੇ? ਸਰ ਉਹ ਮਤਲਬ ਇਹਨਾਂ ਦਾ ਮਤਲਬ ਇਹ ਸੀਗਾ ਜੀ, ਇਹ ਕਹਿੰਦੇ ਵੀ ਜਿਹੜਾ ਆਪਣਾ ਕੁੜੀ ਦੀ ਏਜ ਆ ਹਲੇ ਮਤਲਬ 18 ਆ, ਵੀ 18 ਪਲੱਸ ਨਹੀਂ ਆ, ਵੀ ਇਸ ਕਰਕੇ ਨਹੀਂ ਰਿਲੇਸ਼ਨ ਨਹੀਂ ਬਣਾਉਣ ਤੇ ਜਿਹਦਾ ਦਿਨੇ ਆਉਂਦੀ ਸੀ ਸਾਰੀ ਸ਼ਾਪਿੰਗ ਕਰਕੇ ਤੇ ਮਤਲਬ ਉਦੋਂ ਬਾਅਦ ਚਲੇ ਜਾਂਦੇ ਸੀ ਘਰ, ਨਾਈਟ ਨਹੀਂ ਇੱਥੇ ਰੁਕਦੇ ਹੋਏ। ਨਹੀਂ, ਮੇਰਾ ਸਵਾਲ ਇਹ ਕਿ ਤੁਹਾਡੇ ਨਾਲ ਕਿੰਨੇ ਦਿਨ ਰਹੀ, ਵਿਆਹ ਤੋਂ ਬਾਅਦ ਕਿੰਨਾ ਸਮਾਂ ਤੁਹਾਡੇ ਘਰ ਵਿੱਚ ਰਹੀ? ਸਰ ਆਪਣੇ ਘਰ ਨਹੀਂ, ਜਿੱਦਾਂ ਆਪਣੇ ਡੇ ਆਉਂਦੀ ਸੀ ਤੇ ਨਾਈਟ ਘਰੇ ਚਲ ਜਾਂਦੀ ਸੀਗੀ, ਆਪਣੇ ਲਗਭਗ 1 ਮਹੀਨਾ ਮਤਲਬ ਏਦਾਂ ਹੀ ਚੱਲਿਆ। 1 ਮਹੀਨਾ ਤੁਹਾਡੇ ਕੋਲ ਮਤਲਬ ਕਿ ਇਹ ਆਈ ਕੈਨੇਡਾ ਕਦੋਂ ਆਈ ਹੈ? ਸਰ ਇਹ 5 ਸਤੰਬਰ ਦੀ ਫਲਾਈਟ ਸੀਗੀ ਇਹਦੀ। ਹਾਂਜੀ, 4 ਅਗਸਤ ਦੀ ਮੈਰਿਜ ਸੀ, 5 ਸਤੰਬਰ ਦੀ ਫਲਾਈਟ ਸੀਗੀ ਇਹਦੀ। ਕਿਹੜੀ ਫਲਾਈਟ, ਕਿਹੜੀ ਤਰੀਕ ਸੀਗੀ? 5 ਸਤੰਬਰ 2019। 5 ਸਤੰਬਰ ਦੀ ਫਲਾਈਟ ਸੀਗੀ, 4 ਅਗਸਤ ਨੂੰ ਵਿਆਹ ਹੋਇਆ ਔਰ ਇਹ ਆਈਲੈਟ ਦਾ ਕੋਰਸ ਪਹਿਲਾਂ ਹੀ ਕਰ ਚੁੱਕੀ ਸੀਗੀ? ਹਾਂਜੀ ਹਾਂਜੀ ਸਰ, ਇਹ ਪਹਿਲਾਂ ਕੀਤਾ ਹੋਇਆ ਸੀਗਾ। ਇਹਦੇ ਓਵਰਆਲ 6 ਮੈਨ ਸੀਗੇ ਤੇ ਇੱਕ ਵਿੱਚੋਂ 5.5 ਸੀਗੇ, ਮਤਲਬ ਵੀਜ਼ਾ ਲੱਗਣ ਦੇ ਚਾਂਸ ਵੀ ਬਹੁਤ ਘੱਟ ਸੀਗੇ। ਉਹ ਡਿਫਰੈਂਟ ਸਟੋਰੀ ਹੈ, ਪਰ ਤੁਹਾਡੇ ਵਿਆਹ ਤੋਂ ਪਹਿਲਾਂ ਇਹਨੂੰ ਵੀਜ਼ਾ ਲੱਗਾ ਸੀ ਜਾਂ ਵਿਆਹ ਤੋਂ ਬਾਅਦ ਵੀਜ਼ਾ ਲੱਗਾ? ਸਰ ਸਾਰੀ ਗੱਲਬਾਤ ਪਹਿਲਾਂ ਹੋਈ ਆ ਤੇ ਵੀਜ਼ਾ ਬਾਅਦ ਵਿੱਚ ਲਵਾਇਆ ਪਹਿਲਾਂ। ਤੁਸੀਂ ਬਾਅਦ ਵਿੱਚ ਲਵਾਇਆ? ਮੈਂ ਇੰਨੇ ਦਿਨਾਂ ਦੇ ਵਿੱਚ 4 ਅਗਸਤ ਨੂੰ ਤੁਹਾਡੀ ਸ਼ਾਦੀ ਹੋਈ ਹੈ ਤੇ ਵੀਜ਼ਾ ਇਹ ਫਲਾਈਟ 5 ਸਤੰਬਰ ਨੂੰ ਆ। ਇਹ ਤਾਂ ਮਤਲਬ ਕਿ 28-29 ਦਿਨਾਂ ਵਿੱਚ ਵੀਜ਼ਾ ਜਿਹੜਾ ਆ ਉਹ ਪਹਿਲਾਂ ਹੀ ਆਲਰੇਡੀ ਪ੍ਰੋਸੈਸ ਵਿੱਚ ਸੀਗਾ, ਪਹਿਲਾਂ ਲੱਗਾ ਹੋਇਆ ਨਾ ਸਮਝੋ। ਤਾਂ ਤੁਹਾਡੇ ਕੋਲ ਫਿਰ ਇਹਨੇ ਕਿੰਨੇ ਤੁਸੀਂ ਪੈਸੇ ਖਰਚੇ, ਇਹਦੀ ਫੀਸ ਤਾਰੀ ਵਗੈਰਾ ਜਾਂ ਕੀ ਕੀਤਾ? ਸਰ ਆਪਣੇ ਤਕਰੀਬਨ ਜਿਹੜੇ ਸਾਰੇ ਲੱਗ ਗਏ ਲਗਭਗ 23 ਲੱਖ ਰੁਪਏ ਲੱਗ ਗਿਆ ਇਹਦੇ, ਮਤਲਬ ਜੋ ਵੀ ਆ ਮੇਰੇ ਫਾਦਰ ਸਾਹਿਬ ਨੇ ਆਪਣਾ ਪੁਲਿਸ ਜੌਬ ਕਰ ਰਹੇ ਆ ਉਹ, ਤੇ ਉਹਦੇ ਵਿੱਚ ਜਿਹੜਾ GB ਫੰਡ ਉਹਨਾਂ ਦਾ 7 ਲੱਖ ਉਹਦੇ ਵਿੱਚੋਂ ਨਹੀਂ ਕਢਾਇਆ, ਤੇ ਪਰਸਨਲ ਲੋਨ ਕਰਾਇਆ 7 ਲੱਖ ਦਾ, ਤੇ ਉਦੋਂ ਬਾਅਦ ਰਿਸ਼ਤੇਦਾਰਾਂ ਤੋਂ ਫੜੇ 5,50,000 ਉਹ ਫੜਿਆ। ਬਾਕੀ ਬਾਅਦ ਵਿੱਚ ਤੁਸੀਂ ਕਿੰਨੀ ਫੀਸ ਕਿੰਨੀ ਤਾਰੀ ਆ? ਫੀਸ ਸਰ ਤਕਰੀਬਨ 5,50,000 ਜਿਹੜੀ ਫੀਸ ਮਤਲਬ ਕੱਲੀ ਫੀਸ ਤਾਰੀ ਹੋਈ ਹੈ, GIG ਵਗੈਰਾ ਲੱਗ ਗਿਆ। ਤੇ ਬਾਕੀ 25 ਲੱਖ ਰੁਪਏ ਕਾਹਦੇ ਤੇ ਤੁਸੀਂ ਸਪੈਂਡ ਕੀਤਾ? ਸਰ ਸਾਰਾ ਤਕਰੀਬਨ ਜਿਹੜਾ ਖਰਚਾ ਇਹਨਾਂ ਦਾ ਜੀ ਮਤਲਬ ਗਰੋਸਰੀ ਵਗੈਰਾ ਸਾਰਾ ਮਤਲਬ ਜੋ ਵੀ ਆ ਸਮਾਨ ਸਾਰਾ ਹੀ ਲੈ ਕੇ ਟੋਟਲੀ ਮਤਲਬ ਕੱਪੜੇ ਵਗੈਰਾ ਸਾਰਾ ਕੁਝ, ਸਰਦੀਆਂ ਵਾਲੇ ਵਸਤਰ, ਗਰਮੀਆਂ ਵਾਲੇ ਸਾਰੇ ਸ਼ੂ ਵਗੈਰਾ ਸਾਰਾ ਹੀ ਮਤਲਬ ਮਿਲਾ ਕੇ ਮਤਲਬ ਜੋ ਵੀ ਬਣਿਆ ਉਹ। ਸੋ 5 ਲੱਖ ਤੁਸੀਂ ਫੀਸ ਤਾਰੀ ਹੈ, ਬਾਕੀ ਦਾ ਖਰਚਾ ਜਿਹੜਾ ਵਿਆਹ ਤੁਸੀਂ ਕਿਹੜੇ ਪੈਲੇਸ ਵਿੱਚ ਕੀਤਾ? ਸਰ ਇਹ ਫਲੋਰ ਹੈ ਰਾਇਲ ਗੈਨੀ। ਆਈ ਸੀ। ਸੋ ਤੁਸੀਂ ਇਹ ਜਾਣਕਾਰੀ ਅਸੀਂ ਲੈਣੀ ਚਾਹਾਂਗੇ ਜਿਹੜੀ ਕਿ ਬਹੁਤ ਅਧੂਰੀ ਸਾਨੂੰ ਲੱਗ ਰਹੀ ਹੈ ਇਸ ਵੇਲੇ ਇੰਟਰਵਿਊ ਦੌਰਾਨ, ਕਿ 5 ਲੱਖ ਦੀ ਫੀਸ ਹੈ ਔਰ 30 ਲੱਖ ਤੁਸੀਂ ਖਰਚਾ ਜਿਹੜਾ ਕਲੇਮ ਕਰ ਰਹੇ ਹੋ। ਤਾਂ ਲੜਕੀ ਜਿਹੜੀ ਹੈ ਤੁਹਾਡੇ ਮਤਲਬ ਜਦੋਂ ਵਿਆਹ ਹੋਇਆ 4 ਅਗਸਤ ਨੂੰ ਤੇ ਤੁਹਾਡੇ ਕੋਲ ਸਵੇਰ ਨੂੰ ਆ ਜਾਂਦੀ, ਸ਼ਾਮ ਨੂੰ ਚਲ ਜਾਂਦੀ ਸੀ? ਹਾਂਜੀ ਸਰ। ਨਹੀਂ, ਇਹ ਮਤਲਬ ਤੁਹਾਡੀ ਕੰਟਰੈਕਟ ਮੈਰਿਜ ਹੋਈ ਹੈ, ਸਿਰਫ ਕੈਨੇਡਾ ਆਉਣ ਦੀ ਖਾਤਰ ਤੁਸੀਂ ਪੈਸੇ ਖਰਚੇ ਜਾਂ ਫਿਰ ਤੁਸੀਂ ਰੀਅਲ ਸ਼ਾਦੀ ਕੀਤੀ ਹੈ? ਨਹੀਂ ਸਰ, ਤੁਹਾਨੂੰ ਮੈਂ ਇਹੀ ਗੱਲ ਪਹਿਲੇ ਦੱਸ ਚੁੱਕਾ ਵੀ ਆਪਾਂ ਇਹਨਾਂ ਦਾ ਮਤਲਬ ਇਹਨਾਂ ਦਾ ਹਲੇ ਵੀਜ਼ਾ ਨਹੀਂ ਸੀ ਲੱਗਾ ਸੀਗਾ। ਆਪਣੀ ਪਹਿਲਾਂ ਗੱਲ ਹੋ ਗਈ ਸੀ ਵੀ ਵੀਜ਼ਾ ਲੱਗੇ ਚਾਹੇ ਨਾ ਲੱਗੇ, ਚਾਂਸ ਘੱਟ ਸੀਗੇ ਜੀ ਵੀਜ਼ਾ ਲੱਗਣ ਦੇ, ਵੀਜ਼ਾ ਲੱਗੇ ਚਾਹੇ ਨਾ ਲੱਗੇ, ਵੀ ਜਿਹੜੀ ਆਪਣਾ ਰਿਸ਼ਤਾ ਇਹ ਪੱਕਾ ਆ। ਇਹਨਾਂ ਨੇ ਇਹ ਗੱਲ ਹੋਈ ਸੀਗੀ।
ਤਾਂ ਫਿਰ ਤੁਸੀਂ, ਮੈਂ ਹੈਰਾਨ ਇਸ ਚੀਜ਼ ਤੋਂ ਕਿ 1 ਮਹੀਨਾ ਲੜਕੀ ਤੁਹਾਡੇ ਨਾਲ ਰਹੀ ਆ, ਸਵੇਰ ਨੂੰ ਆ ਜਾਂਦੀ ਸੀ, ਸ਼ਾਮ ਨੂੰ ਚਲ ਜਾਂਦੀ ਸੀ, ਤੇ ਇੱਕ ਰਾਤ ਵੀ ਤੁਹਾਡੇ ਨਾਲ ਤੁਸੀਂ ਇਕੱਠੇ ਨਹੀਂ ਰਹੇ ਅਤੇ ਨਾ ਹੀ ਤੁਸੀਂ ਕਿਤੇ ਬਾਹਰ ਘੁੰਮਣ ਫਿਰਨ ਗਏ ਹੋ। ਇਹਦਾ ਕਾਰਨ ਕੀ ਆ? ਸਰ ਘੁੰਮਣ ਫਿਰਨ ਜਾਂਦੇ ਰਹੇ ਆ, ਮਤਲਬ ਡੇ ਜਾਂਦੇ ਰਹੇ ਆ, ਨਾਲ ਫੈਮਿਲੀ ਹੁੰਦੀ ਸੀਗੀ, ਤੇ ਨਾਈਟ ਨਹੀਂ ਮਤਲਬ ਕਿਤੇ ਵੀ ਰੁਕੇ ਜਾਂ ਕਿੱਦਾਂ ਵੀ ਆ। ਮਤਲਬ ਫੈਮਿਲੀ ਮਤਲਬ ਕਹਿ ਰਹੇ ਸੀਗੇ ਵੀ ਲੜਕੀ ਦੀ ਏਜ 18 ਸਾਲ ਆ, ਵੀ ਹਲੇ ਲੜਕੀ ਮੈਚੁਰ ਨਹੀਂ ਆ ਕੋਈ ਵੀ ਜੋ ਵੀ ਨਹੀਂ। ਆ। ਇਹ ਸ਼ਾਦੀ ਜਦੋਂ ਲਾਵਾਂ ਲਈਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਲੜਕੀ 18 ਉਮਰ ਸਾਲ ਹੈ, ਜਾਂ ਪਹਿਲਾਂ ਹੀ ਆਲਰੇਡੀ ਤੁਹਾਡੀ ਕਮਿਟਮੈਂਟ ਸੀ ਕਿ ਲੜਕੀ ਜਿਹੜੀ ਰਿਲੇਸ਼ਨ ਨਹੀਂ ਬਣਾਵੇਗੀ ਤੁਹਾਡੇ ਨਾਲ? ਸਰ ਇਹ ਬਾਅਦ ਵਿੱਚ ਗਈ ਇਹਨਾਂ ਨੇ ਗੱਲ। ਬਾਅਦ ਵਿੱਚ ਕਦੋਂ? ਬਾਅਦ ਵਿੱਚ ਤਕਰੀਬਨ ਮਤਲਬ ਵਿਆਹ ਤੋਂ 1-2 ਦਿਨ ਬਾਅਦ ਮਤਲਬ ਇਹ ਗੱਲ ਕਹੀ ਆ। ਨਹੀਂ ਫਿਰ ਇਹ ਕਿਵੇਂ ਹੋ ਸਕਦਾ ਗੁਰਪ੍ਰੀਤ, ਤੁਸੀਂ ਮੈਨੂੰ ਦੱਸੋ। ਤਾਂ ਤੁਸੀਂ ਫਿਰ ਕਿਉਂ ਐਗਰੀ ਕੀਤਾ ਜਦੋਂ ਲੜਕੀ ਫਿਰ ਆਉਂਦੀ ਸੀ, ਕਿਹਦੇ ਨਾਲ ਜਾਂਦੀ ਕਿਹਨੇ ਸੀ? ਉਹਨਾਂ ਚ ਉਹਨਾਂ ਦੇ ਘਰ ਦੇ ਮੈਂਬਰ ਮਦਰ ਨਾਲ ਰਹਿੰਦੇ ਸੀ? ਹਾਂਜੀ ਹਾਂਜੀ ਸਰ। ਸੋ ਤੁਸੀਂ ਬਿਲਕੁਲ ਰਿਲੇਸ਼ਨ ਨਹੀਂ ਬਣਾਏ? ਹਾਂਜੀ। ਤੁਸੀਂ ਫਿਰ ਇਹਨਾਂ ਨੂੰ ਸ਼ਾਦੀ ਕਿਵੇਂ ਕਹਿ ਸਕਦੇ ਹੋ? ਸੋ ਇਹਦੇ ਵਿੱਚ ਕਾਰਨ ਕੀ ਹੈ ਕਿ ਇਹਨਾਂ ਦਾ ਕਸੂਰ ਜਿਹੜਾ ਆ ਤੁਹਾਡਾ ਵੀ ਹੈ ਥੋੜਾ ਬਹੁਤਾ, ਕਿ ਤੁਸੀਂ ਜਦੋਂ ਸ਼ਾਦੀ ਹੋ ਗਈ ਤੁਹਾਡੀ ਤੇ ਤੁਹਾਡੇ ਕੋਲ ਇੱਕ ਵੀ ਰਾਤ ਨਹੀਂ ਰਹੀ, ਤੁਸੀਂ ਇਕੱਲੇ ਬਾਹਰ ਘੁੰਮਣ ਫਿਰਨ ਨਹੀਂ ਗਏ। ਸੋ ਇਹ ਫਿਰ ਸ਼ਾਦੀ ਜਿਹੜੀ ਆ, ਇਹ ਸ਼ਾਦੀ ਇਹਨੂੰ ਕੀ ਕਹੀਏ ਫਿਰ? ਅਸੀਂ ਸ਼ਾਦੀ ਕਹੀਏ ਜਾਂ ਤੁਹਾਡੇ ਫਿਊਚਰ ਦੀ ਬਰਬਾਦੀ ਕਹੀਏ? ਹਾਂਜੀ। ਇਹ ਸਾਰਾ ਕੁਝ ਜਿਹੜਾ ਹੈ ਇਹ ਵਿਆਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੀ ਲੜਕੀ 18 ਸਾਲ ਦੀ ਅਸੀਂ ਤੁਹਾਡੇ ਇੱਥੇ ਛੱਡਣੀ ਨਹੀਂ ਗੀ, ਫਿਰ ਜਦ ਸ਼ਾਦੀ ਹੋ ਗਈ ਤਾਂ ਫਿਰ ਰਹੀ ਕਿਉਂ ਨਹੀਂ ਤੁਹਾਡੇ ਕੋਲ? ਸਾਰੇ ਨਹੀਂ ਬਾਅਦ ਵਿੱਚ ਇਹ ਗੱਲ ਕਹੀ ਹੈ, ਮਤਲਬ ਪਹਿਲਾਂ ਇਹ ਕਹਿੰਦੇ ਸੀਗੇ ਵੀ ਤੁਹਾਡੇ ਕੋਲ ਜਿੰਨਾ ਟਾਈਮ ਹੈਗਾ ਕੁੜੀ ਰਹੂਗੀ, ਬਾਅਦ ਵਿੱਚ ਇਹ ਮੁੱਕਰ ਗਏ। ਫਿਰ ਅਸੀਂ ਚਲੋ ਠੀਕ ਹੈ, ਚਲੋ ਕੋਈ ਗੱਲ ਨਹੀਂ, ਵੀ ਫਾਦਰ ਸਾਹਿਬ ਨਹੀਂ ਮੇਰੇ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਵੀ ਚਲੋ ਤੇਰਾ ਹੀ ਹੁੰਦਾ ਫਿਰ ਕੀ ਹੋ ਗਿਆ, ਵੀ ਚੱਲ ਨਹੀਂ ਤਾਂ ਨਾ ਦੇ ਵੀ। ਮਤਲਬ ਮੇਨ ਇਹ ਸੀਗਾ ਵੀ ਚਲੋ ਇਹ ਕਹਿੰਦੇ ਸੀ ਲੜਕੀ ਮੈਚੁਰ ਨਹੀਂ ਆ ਪੂਰੀ, ਵੀ ਹਲੇ ਰੈਡੀ ਨਹੀਂ ਆ, ਇਸ ਕਰਕੇ ਫਿਰ ਫਾਦਰ ਸਾਹਿਬ ਵੀ ਸਾਡੇ ਵੀ ਕਹਿੰਦੇ ਚਲੋ ਧੀਆਂ ਹੀ ਇਸ ਕਰਕੇ ਕਹਿੰਦੇ ਵੀ ਅਸੀਂ ਸਮਝਦੇ ਹਾਂ ਵੀ ਇਹ ਗੱਲ, ਫਿਰ ਇਸ ਕਰਕੇ ਇਹਨਾਂ ਨੇ ਮਤਲਬ ਕੋਈ ਮਤਲਬ ਨਹੀਂ। ਤੁਸੀਂ ਜਦੋਂ ਤੁਹਾਡੇ ਨਾਲ ਰਹੀ ਨਹੀਂ, ਰਹਿਣਾ ਨਹੀਂ ਰੱਖਦੇ ਨਹੀਂ ਸੀਗੇ, ਤਾਂ ਤੁਸੀਂ ਫਿਰ ਫੀਸ ਕਿਉਂ ਤਾਰੀ? ਤੁਹਾਨੂੰ ਡਾਊਟ ਨਹੀਂ ਸੀ ਹੋਇਆ? ਗੱਲ ਏਦਾਂ ਸਰ ਜੀ ਕਰਦੇ ਨਹੀਂ ਹੈਗਾ ਵੀ ਚਲੋ ਵੀ ਲਾਈਫ ਬਣ ਜਾਣੀ ਹੈ ਤੇਰੀ, ਫਿਰ ਕੀ ਹੈ ਕੋਈ ਗੱਲ ਨਹੀਂ, ਵੀ ਬਾਅਦ ਚ ਵੀ ਤੁਸੀਂ ਇਕੱਠਿਆਂ ਨੇ ਰਹਿਣਾ ਹੀ ਆ, ਵੀ ਸਾਰਾ ਕੁਝ ਹੋ ਹੀ ਜਾਣਾ। ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਲੜਕੀ ਨੂੰ ਲਾਈਨ ਤੇ ਲਿਆਉਣ ਦੀ। ਪਲੀਜ਼ ਪ੍ਰੋਸੀਡ ਕਰੋ। ਵੀ ਆਰ ਰਨਿੰਗ ਬਿਹਾਈਂਡ, ਸ਼ੋ ਬਹੁਤ ਬਿਹਾਈਂਡ ਚੱਲ ਰਿਹਾ। ਸੋ ਅਸੀਂ ਬੜੇ ਕਨਫਿਊਜ਼ ਹੈ ਕਿ ਲੋਕ ਜਿਹੜੇ ਨੇ ਗੁਰਪ੍ਰੀਤ ਦੇ ਵਿੱਚ ਕਾਫੀ ਹੱਦ ਤੱਕ ਤੁਸੀਂ ਸੋਚਿਆ ਨਹੀਂ ਹੈ ਕਿ ਜੇ ਲੜਕੀ ਦੀ ਸ਼ਾਦੀ ਹੋ ਗਈ ਆ ਤਾਂ ਮਾਂ ਆਉਂਦੀ ਆ, ਰੋਜ਼ ਨਾਲ ਲੈ ਜਾਂਦੀ ਆ, ਤੁਹਾਡੇ ਕੋਲ ਰਹਿਣ ਨਹੀਂ ਦਿੰਦੀ, ਤੁਸੀਂ ਆਪਣੀ ਲਾਈਫ ਸ਼ੁਰੂ ਨਹੀਂ ਕੀਤੀ, ਤਾਂ ਜੇ ਉੱਥੇ ਇੰਡੀਆ 'ਚ ਨਹੀਂ ਸ਼ੁਰੂ ਕੀਤੀ ਤਾਂ ਕੈਨੇਡਾ ਵਿੱਚ ਆਣ ਕੇ ਕਿਵੇਂ ਤੁਹਾਡੇ ਨਾਲ ਕੋਆਪਰੇਟ ਕਰ ਸਕਦੇ? ਤੁਸੀਂ ਆਪੇ ਸਮਝ, ਤੁਹਾਡੇ ਆਪਸ ਵਿੱਚ ਹੀ ਹਸਬੈਂਡ ਵਾਈਫ ਵਾਲੇ ਤੁਸੀਂ ਇੱਕ ਰਿਸ਼ਤੇ ਨੂੰ ਸੈਟਅਪ ਨਹੀਂ ਕੀਤਾ, ਤੁਸੀਂ ਗੱਲਾਂ ਨਹੀਂ ਕੀਤੀਆਂ, ਤੁਸੀਂ ਆਪਣੇ ਫਿਊਚਰ ਪਲਾਨ ਨਹੀਂ ਬਣਾਏ, ਤਾਂ ਇਹ ਕਿਵੇਂ ਹੋ ਸਕਦਾ ਕਿ ਇਹ ਜਿਹੜੀ ਸ਼ਾਦੀ ਆ ਇਸ ਦੇ ਵਿੱਚ ਬਰਬਾਦੀ ਨਾ ਹੋਣ ਦੇ ਕਾਰਨ ਨਾ ਹੋਣ? ਸੋ ਇਹ ਇੱਕ ਛੱਛੋ ਪੰਜ ਵਾਲੀ ਸਟੋਰੀ ਆ, ਬੜੀ ਅਜੀਬ ਸਟੋਰੀ ਆ, ਔਰ ਤੁਹਾਡੇ ਨਾਲ ਤੁਸੀਂ ਕਲੇਮ ਕਰ ਰਹੇ ਹੋ ਕਿ 30 ਲੱਖ ਦੀ ਠੱਗੀ ਮਾਰੀ ਇਸ ਪਰਿਵਾਰ ਨੇ। ਹਾਂਜੀ ਸਰ ਜੀ। ਸੋ ਕੁੜੀ ਆਣ ਕੇ ਇੱਥੇ ਆਣ ਕੇ ਕੁੜੀ ਮੁੱਕਰ ਗਈ ਫਿਰ? ਹਾਂਜੀ ਸਰ, ਇਸਦਾ 2-3 ਮਹੀਨੇ ਆਪਾਂ ਨੇ ਗੱਲ ਸਹੀ ਕੀਤੀ, ਉਦੋਂ ਬਾਅਦ ਮੈਂ ਕਾਲ ਕਰਨੀ ਤੇ ਪਿਕ ਕਰ ਲੈਣੀ, ਉਹ ਵੀ ਡੇ ਟਾਈਮ ਹੀ ਪਿਕ ਕਰਨੀ, ਇਹ ਨਹੀਂ ਵੀ ਟਾਈਮ ਨਾਲ ਪਿਕ ਕਰ ਲੈਣੀ। ਤਾਂ ਪਹਿਲਾਂ ਆਉਂਦੀ ਸੀਗੀ ਮੈਂ ਕਾਲ ਕਰਨੀ ਨਹੀਂ, ਨਾਲੇ ਪਿਕ ਕਰ ਲੈਣੀ, ਤੇ ਉਦੋਂ ਬਾਅਦ ਜਿੱਦਾਂ ਮੈਂ 3 ਮਹੀਨੇ ਪੈਣ ਦੇ ਬਾਅਦ ਫਿਰ ਇਹਨਾਂ ਨੇ ਜਿੱਦਾਂ ਮੈਂ ਕਾਲ ਕਰਨੀ ਇਹਨਾਂ ਨੇ ਪਿਕ ਨਹੀਂ ਕਰਨੀ, ਮਤਲਬ ਜਦੋਂ ਦਿਲ ਕਰਨਾ ਉਦੋਂ ਬੈਕ ਕਾਲ ਕਰਨੀ, ਫਿਰ ਵੀ ਹਾਂ ਮੈਂ ਬਿਜੀ ਸੀ, ਏਦਾਂ ਸੀਗੀ, ਏਦਾਂ ਮਤਲਬ ਕਰੀ ਜਾਣਾ। ਜਦੋਂ ਪਹਿਲਾਂ ਬਿਜੀ ਹੁੰਦੇ ਸੀ ਤੇ ਦੱਸ ਦਿੰਦੇ ਸੀਗੇ ਕਾਲ ਚੱਕ ਕੇ ਵੀ ਮੈਂ ਬਿਜੀ ਆ, ਵੀ ਮੈਂ ਫ੍ਰੀ ਹੋ ਕੇ ਕਾਲ ਕਰੂੰਗੀ। ਬਾਅਦ ਵਿੱਚ ਥੋੜੇ ਜਿਹੇ ਏਦਾਂ ਥੋੜੇ ਰੰਗ ਢੰਗ ਬਦਲ ਗਏ ਇਹਨਾਂ ਦੇ। ਹਾਂਜੀ ਜੀ। ਮਿਸਿਸ ਸਿੱਧੂ, ਸ਼ੀ ਇਜ਼ ਰੈਡੀ ਟੂ ਟਾਕ ਔਰ ਨਾਟ? ਜੀ, we wasting time, she's ready or she's willing or not? ਜੀ, ਅਸੀਂ ਇਸ ਵੇਲੇ ਕਿਉਂਕਿ ਸਟੋਰੀ ਨੂੰ ਕਵਰ ਕਰ ਰਹੇ ਹਾਂ ਤੇ ਅਸੀਂ ਵਨ ਸਾਈਡ ਸਟੋਰੀ ਰੱਖਣੀ ਚਾਹੁੰਦੇ ਹਾਂ, ਦੂਜੇ ਪਾਸੇ ਸਟੋਰੀ ਨੂੰ ਲਿਆਉਣਾ ਚਾਹੁੰਦੇ ਹਾਂ। ਆਈ ਡੋਂਟ ਨੋ ਕਿ ਵਾਈ ਵੀ ਰਨਿੰਗ ਬਿਹਾਈਂਡ, ਕਿਉਂਕਿ ਤੁਹਾਡੀ ਵਾਈਫ ਮੇਰੇ ਖਿਆਲ ਕਿ ਸ਼ੀ ਇਜ਼ ਨੋਟ ਵਾਂਟ ਟੂ ਟਾਕ ਟੂ ਅਸ, ਫਾਈਨ, ਔਰ ਅਸੀਂ ਇਸ ਵੇਲੇ ਹਾਂਜੀ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਤੁਹਾਡੇ ਤੇ ਇਹਨਾਂ ਨੇ ਕੋਈ ਪਰਚਾ ਦਿੱਤਾ ਤੁਹਾਡੀ ਵਾਈਫ ਨੇ ਕੈਨੇਡਾ ਵਿੱਚੋਂ ਕਿ ਤੁਸੀਂ ਥ੍ਰੈਟ ਕਰ ਰਹੇ ਹੋ? ਸਰ ਇਹਨਾਂ ਨੇ ਪਹਿਲਾਂ ਕੰਪਲੇਂਟ ਪਾਈ ਤੇ ਉਦੋਂ ਬਾਅਦ ਇੱਕ ਹੋਰ ਕੰਪਲੇਂਟ ਪਾਈ ਹੋਈ ਸੀ। ਪਹਿਲਾਂ ਪਾਈ ਹੋਈ ਸੀਗੀ ਮੇਰੇ ਮਾਮਾ ਜੀ ਆ ਤੇ ਮੇਰੇ ਫਾਦਰ ਸਾਹਿਬ ਤੇ ਮੇਰੇ ਤੇ ਪਾਈ ਹੋਈ ਸੀਗੀ ਜੀ, ਤੇ ਉਦੋਂ ਬਾਅਦ ਫਿਰ ਇੱਕ ਸਰ ਸਾਹਿਬ ਕੀ ਕਹਿੰਦੀ ਲੜਕੀ? ਕਹਿੰਦੀ ਹੈ ਪਲੀਜ਼ ਪ੍ਰੋਸੀਡ ਕਰੋ, ਵਾਟ ਸ਼ੀ ਸੈਡ ਐਗਜ਼ੈਕਟਲੀ?
ਜੀ ਬਿਲਕੁਲ ਜੀ, ਉਸ ਭੈਣ ਨੂੰ ਮੈਂ ਫੋਨ ਕੀਤਾ ਸੀ ਪਰ ਉਹ ਤਾਂ ਬਹੁਤ ਜ਼ਿਆਦਾ ਆਰਗਿਊ ਕਰ ਰਿਹਾ। ਮੇਰੇ ਵੀ ਥੋੜਾ ਜਿਹਾ ਮੇਰੇ ਲਈ ਵੀ ਗਲਤ ਸ਼ਬਦਾਵਲੀ ਉਹਨਾਂ ਨੇ ਵਰਤੀ ਤੇ ਉਹ ਕਾਫੀ ਕੁਛ ਹੀ ਕਹਿ ਰਹੇ, ਕਹਿੰਦੇ ਮੇਰੀ ਮਰਜ਼ੀ ਮੈਂ ਗੱਲ ਕਰਾਂ ਜਾਂ ਨਾ ਕਰਾਂ। ਕਹਿੰਦੇ ਆਈ ਕਾਲ them back again please। ਜੀ 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 ਡਾਇਲ ਕਰੋ ਫਿਰ ਦੁਬਾਰਾ। ਔਰ ਇਹ ਇੱਕ ਜਿਹੜਾ ਫਰਾਡ ਕਰ ਰਹੇ ਨੇ ਲੋਕ, ਅਸੀਂ ਇਹਨਾਂ ਦੀ ਤਸਵੀਰ ਲਾਓ, ਮਤਲਬ ਜਿਹੜਾ ਕਿ ਫਰਾਡ ਇਨਵੋਲਵ ਹੈ। ਔਰ ਇਹ ਲੜਕੀ ਆ ਜਿਹੜੀ ਕਿ ਸ਼ਾਦੀ ਕਰਾ ਕੇ ਕੈਨੇਡਾ ਦੇ ਵਿੱਚ ਆ ਗਈ ਹੈ ਤੇ ਹੁਣ ਇਹ ਪੈਸੇ ਲਵਾ ਕੇ ਇਸ ਲੜਕੇ ਨੂੰ ਸਪਾਂਸਰ ਨਹੀਂ ਕਰ ਰਹੀ। ਸੋ ਇਹ ਜਿਹੜਾ ਕੇਸ ਹੈ CBSE ਨੂੰ ਜ਼ਰੂਰ ਲੈਣਾ ਚਾਹੀਦਾ, ਕੰਪਲੇਂਟ ਕਰਨੀ ਚਾਹੀਦੀ। ਬਹੁਤ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਜਿਹੜੀ ਕਿੱਥੇ ਆਣ ਕੇ ਮੁੱਕ ਕਰ ਰਹੀਆਂ ਨੇ। ਸੋ ਇਹਦੇ ਵਿੱਚ ਜਸਟ ਕੀਪ ਰਿੰਗਿੰਗ। ਹਾਂਜੀ, ਸੋ ਉਹਨਾਂ ਦੀ ਇੱਛਾ ਹੈ ਔਰ ਉਹਨਾਂ ਨੇ ਗੱਲ ਕਰਨੀ ਜਾਂ ਨਹੀਂ ਕਰਨੀ ਸੀ, ਸਟੋਰੀ ਨੂੰ ਪ੍ਰੋਸੀਡ ਕਰਨੇ ਸਾਡੇ ਕੋਲ ਪੂਰੇ ਹੱਕ ਨੇ। ਜਿਹੜੇ ਕਿ ਅਸੀਂ ਪ੍ਰੋਸੀਡ ਕਰ ਰਹੇ, ਇੱਕ ਫਰਾਡ ਹੈ ਇਸ ਮੁਲਕ ਵਿੱਚ ਦਿਨ ਦਿਨ ਵੱਧਦੇ ਜਾ ਰਹੇ ਫਰਾਡ ਨੂੰ ਅਸੀਂ ਕਿਵੇਂ ਰੋਕਣਾ ਆ। ਔਰ ਰਿੰਗ ਹੋਣ ਦਿਓ ਜੀ, ਰਿੰਗ ਸੁਣਾਓ ਤੁਸੀਂ ਇੱਥੇ ਪਲੀਜ਼ ਕਾਈਂਡਲੀ ਲੈਟ them ਰਿੰਗ। ਔਰ ਆਈ ਡੋਂਟ ਨੋ ਕਿ ਸੋ ਤੁਹਾਡਾ ਤੁਸੀਂ ਫਿਰ ਕੰਪਲੇਂਟ ਕੀਤੀ ਨਾ ਇੱਥੇ ਪੁਲਿਸ ਸਟੇਸ਼ਨ ਕਿ ਤੁਹਾਡੇ ਨਾਲ ਫਰਾਡ ਹੋਇਆ? ਹਾਂਜੀ ਸਰ, ਕੰਪਲੀਟ ਕੀਤੀ ਹੋਈ ਹੈ ਜੀ। ਸੋ ਅਸੀਂ ਕਾਲ ਕरें, ਉਸ ਤੋਂ ਬਾਅਦ ਰਾਈਟ ਵੇ ਡਾਲ ਕਰਨ ਦੀ ਕੋਸ਼ਿਸ਼ ਕਰਨਾ ਕਿ ਇਹਨਾਂ ਮਦਦ ਨੂੰ ਲੈ ਕੇ ਆਈਏ, ਕੰਟੈਕਟ ਕਰੀਏ ਔਰ ਅਦਰਵਾਈਜ਼ ਵੀ ਵਿਲ ਪ੍ਰੋਸੀਡ ਦਿਸ ਸਟੋਰੀ। ਕਿਉਂਕਿ ਜਦੋਂ ਅਸੀਂ ਵੀ ਗੱਲ ਕੀਤੀ ਫੋਨ ਕਰਕੇ, ਸ਼ੀ ਹੈਂਗ ਅਪ ਦੀ ਫੋਨ, ਸ਼ੀ ਡਿਡਨਟ ਪਿਕ ਅਪ ਦੀ ਫੋਨ। ਜੀ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਹੈ ਜੀ ਉਸ ਟਾਈਮ ਤੇ ਉਹ ਸ਼ੋਅ ਦੇਖ ਰਹੇ ਸੀ। ਉਹਨਾਂ ਨੇ ਮੈਨੂੰ ਵੀ ਬਿਲਕੁਲ ਇੱਕ ਐਗਰੀਮੈਂਟ ਵੀ ਦਿੱਤਾ ਸੀ ਕਿ ਮੈਂ ਤਾਂ ਸ਼ੋਅ ਦੇਖ ਰਹੀ ਹਾਂ ਤੇ ਮੇਰੇ ਹਸਬੰਡ, ਮੈਂ ਉਹਨਾਂ ਨੂੰ ਕਿਹਾ ਸੀ ਤੁਹਾਡੇ ਤੇ ਐਲੀਗੇਸ਼ਨ ਲੱਗ ਰਹੇ ਨੇ। ਸਰ ਸਾਹਿਬ ਪਲੀਜ਼ ਕਾਈਂਡਲੀ ਕਿ ਆਪਾਂ ਇਹਨਾਂ ਨੂੰ ਬਦਲ ਲਈਏ ਔਰ ਵੀ ਪ੍ਰੋਸੀਡ ਦੀ ਸਟੋਰੀ ਤੇ ਪੁਲਿਸ ਨੂੰ ਅਸੀਂ ਇਨਫੋਰਮ ਕਰਗੀ ਕਿ ਇਹਨਾਂ ਨੇ ਇੱਕ ਫਰਾਡ ਕੀਤਾ ਹੈ। ਸੋ ਤੁਸੀਂ ਇਹ ਬਹੁਤ ਵੱਡੀ ਗਿਣਤੀ ਵਿੱਚ ਲੜਕੀਆਂ ਇੰਡੀਆ ਤੋਂ ਫੀਸ ਲਵਾ ਕੇ ਹੁਣ ਕੀ ਕਹਿੰਦੇ ਕਿ ਤੁਹਾਨੂੰ ਤੁਹਾਡੇ ਤੇ ਬਲੇਮ ਲਾਈ ਰਹੀ ਕਿ ਕਹਿੰਦੇ ਕਿ ਮੇਰੇ ਫਾਦਰ ਇਨ ਲਾ ਕਹਿੰਦਾ ਆ ਕਿ ਮੈਂ ਜਦੋਂ ਆਉਂਗੀ ਤੇ ਤੈਨੂੰ ਮਾਰ ਕੇ ਛੱਡ ਦੂੰਗਾ, ਜਦ ਕਿ ਝੂਠ ਬੋਲ ਰਹੀ ਕੁੜੀ। ਇਹ ਕਿਵੇਂ ਹੋ ਸਕਦਾ ਕਿ ਜਿਹੜਾ ਆਪਣਾ ਮੁੰਡੇ ਨੂੰ ਭੇਜਣਾ ਚਾਹੁੰਦਾ ਬਾਹਰ ਤਾਂ ਉਹ ਕੁੜੀ ਨੂੰ ਇਦਾਂ ਕਹਿੰਦਾ ਹੋਵੇ? ਫਿਰ ਮਾਮੇ ਤੁਹਾਡੇ ਤੇ ਐਲੀਗੇਸ਼ਨ ਲਾ ਰਹੀ ਹੈ। ਗੁਰਪ੍ਰੀਤ ਕੀ ਕਹਿਣਾ ਚਾਹੁੰਦੇ, ਕਿਹੋ ਜਿਹੇ ਦੋਸ਼ ਲਾ ਰਹੀ ਤੁਹਾਡੇ ਤੇ ਇਹ? ਸਰ ਤੁਸੀਂ ਆਪ ਸਿਆਣੇ ਹੋ ਜੀ, ਮਤਲਬ ਮੇਰੇ ਤੋਂ ਤੁਹਾਡੀ ਉਮਰ ਜ਼ਿਆਦਾ ਆ। ਤੁਸੀਂ ਆਪ ਸੋਚੋ ਵੀ ਜਦ ਖੁਦ ਇੰਨਾ ਕੁਝ ਕਰਕੇ ਭੇਜ ਦਿੱਤਾ ਆਪਾਂ, ਮਤਲਬ ਸਾਰਾ ਕੁਝ ਆਪਣੀ ਉਹਨਾਂ ਨੇ ਕਮਾਈ ਸਾਰੀ ਉਮਰ ਦੀ ਲਾ ਕੇ ਭੇਜ ਦਿੱਤਾ ਨੇ ਤੇ ਫਿਰ ਹੁਣ ਏਦਾਂ ਕਹਿੰਦੇ ਨੇ। ਹਾਂਜੀ ਜੀ, ਸੋ ਇਹ ਲੜਕੀ ਦੀ ਮੌਂਟਰੀਅਲ ਵਿੱਚ ਰਹਿ ਰਹੀ ਹੈ ਔਰ ਇਹ ਇੱਕ ਵੀ ਦਿਨ ਤੁਹਾਡੇ ਨਾਲ ਇਹਨੇ ਰਿਲੇਸ਼ਨ ਨਹੀਂ ਬਣਾਏ ਅਤੇ ਤੁਹਾਡੀ ਕਮਜ਼ੋਰੀ ਇੱਥੇ ਰਹੀ ਆ ਕਿ ਜਦੋਂ ਤੁਹਾਡੇ ਨਾਲ ਵਿਆਹ ਹੋ ਗਿਆ ਤੇ ਰੋਜ਼ ਘਰੋਂ ਆ ਜਾਂਦੀ ਸੀ ਤੇ ਰੋਜ਼ ਜਿਹੜੀ ਮਾਂ ਮਤਲਬ ਨਾਲ ਲੈ ਜਾਂਦੀ ਸੀ ਜਾਂ ਫਿਰ ਕੋਈ ਕਿਹੜਾ ਮੈਂਬਰ ਸੀ ਨਾਲ ਆਉਂਦਾ? ਬਰਤਨ ਆਉਂਦਾ ਸੀਗਾ ਜੀ, ਧੀਰਜ। ਐਸੀ ਤੁਹਾਡਾ ਸਾਰਾ ਪਿੰਡ ਕਿਹੜਾ ਆ? ਸਰ ਕਾਨਾ ਢੇਸੀਆਂ। ਕਾਨਾ ਢੇਸੀਆਂ। ਤੁਹਾਡੀ ਮਦਰ ਲਾ ਦਾ ਨਾਂ ਤੇ ਫਾਦਰ ਦਾ ਨਾਂ ਕੀ ਹੈ? ਸਰ ਮਦਰ ਦਾ ਨਾਮ ਹੈਗਾ ਜੀ ਕੁਲਵਿੰਦਰ ਕੌਰ। ਜੀ ਬਸ ਜੀ, ਕਮਲਜੀਤ ਕੌਰ ਜੀ ਸਾਡੇ ਭੈਣ ਜੀ ਲਾਈਨ ਤੇ ਆ ਚੁੱਕੇ ਨੇ ਜੀ। ਹਾਂਜੀ, ਇਹਨਾਂ ਦੇ ਜਿਹੜੇ ਵਾਈਫ ਨੇ ਨਾ ਉਹ ਭੈਣ ਜੀ ਸਾਡੀ ਲਾਈਨ ਤੇ ਆ ਚੁੱਕੇ ਨੇ, ਉਹ ਗੱਲ ਕਰਨਗੇ ਤੁਹਾਡੇ ਨਾਲ। ਮੈਂ ਉਹਨਾਂ ਨੂੰ ਆਲਰੇਡੀ ਦੱਸ ਚੁੱਕਾ ਕਿ ਤੁਹਾਡੀ ਕਾਲ ਮੈਂ ਰੇਡੀਓ ਤੇ ਪਾ ਰਿਹਾ, ਤੁਹਾਡੇ ਨਾਲ ਗੱਲ ਤੁਸੀਂ ਪ੍ਰੋਸੀਡ ਕਰੋ। ਇੱਕ ਮਿੰਟ ਇਹਨਾਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਕਮਲਜੀਤ ਇਹ ਜਿਸੀ ਗੁਰਪ੍ਰੀਤ ਸਿੱਧੂ ਤੇ ਮੈਂ ਹਾਂ ਜੋਗਿੰਦਰ ਬਾਸੀ, ਅਸੀਂ ਤੁਹਾਡੇ ਤੋਂ ਪਰਮਿਸ਼ਨ ਲੈ ਰਹੇ, ਤੁਹਾਡੀ ਟੈਲੀਕਾਸਟ ਬ੍ਰੌਡਕਾਸਟ ਕਰਨ ਦੀ ਆਗਿਆ ਲੈ ਰਹੇ। ਯੂ ਕੈਨ ਸੇ ਯੈਸ অর ਨੋ। ਤੁਸੀਂ ਪਹਿਲਾਂ ਤਾਂ ਮੇਰੇ ਕੋਲ ਪਰਮਿਸ਼ਨ ਲਈ ਨਹੀਂ ਸੀ ਮੇਰੀ ਫੋਟੋ ਪਾਉਣ ਲਈ। ਵੀ ਹੈਵ ਰਾਈਟਸ ਦੈਟ। ਤੁਸੀਂ ਆਰਗੂ ਜੇ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਇੱਛਾ ਆ। ਔਰ ਜਸਟ ਐਕਸਕਿਊਜ਼ ਮੀ ਆਪਣੀ ਭਾਸ਼ਾ ਦੇ ਵਿੱਚ ਤਬਦੀਲੀ ਲਿਆਓ। ਪਹਿਲਾਂ ਤੁਸੀਂ ਮੇਰੀ ਗੱਲ ਸੁਣੋ। No, you listen to me. I'm a host and I have rights to do that. ਮੈਂ ਆਪਣੇ ਹੱਕਾਂ ਦੀ ਵਰਤੋਂ ਕਰਦਾ ਹੋਇਆ ਪ੍ਰੋਸੀਡ ਕਰ ਸਕਦਾ। ਤੁਸੀਂ ਕਾਲ ਕਰਦੇ ਤੁਸੀਂ ਚੁੱਕਦੇ ਨਹੀਂ। ਤੁਸੀਂ ਕੀਤਾ ਹੈ, ਤੁਸੀਂ ਪਹਿਲਾਂ ਮੇਰੇ ਤੋਂ ਪਰਮਿਸ਼ਨ No, I didn't supposed to take permission from you. I'm sorry. ਤੁਸੀਂ ਉਹਨਾਂ ਕੋਲ ਕੱਲੀ ਪਰਮਿਸ਼ਨ ਲਈ, ਮੇਰੇ ਕੋਲ ਨਹੀਂ ਲਈ। ਅਸੀਂ ਹੁਣ ਤੁਹਾਡੇ ਪਰਮਿਸ਼ਨ, ਤੁਸੀਂ ਸਟੋਰੀ ਨੂੰ ਤੁਸੀਂ ਕੰਡਕਟ ਇਸ ਵੇਲੇ ਕਰਨੀ ਸਾਡੇ ਨਾਲ ਜਾਂ ਨਹੀਂ ਕਰਨੀ ਚਾਹੁੰਦੇ? ਆਪ ਜੀ ਦੀ ਇੱਛਾ ਆ। ਤੁਸੀਂ ਚਾਹੁੰਦੇ ਹੋ, ਆਪ ਜੀ ਕੁਝ ਚਾਹੁੰਦੇ ਹੋ ਆਪਣੇ ਕਮਲ ਜੀ ਕਿ ਤੁਸੀਂ ਇਹ ਤੁਹਾਡੇ ਦੋਸ਼ ਲਾ ਰਹੇ ਨੇ ਕਿ ਤੁਸੀਂ ਪੈਸੇ ਲੈ ਕੇ ਮੁੱਕਰ ਗਏ ਤੇ ਤੁਹਾਡੀ ਸ਼ਾਦੀ ਹੋਈ, ਤੁਸੀਂ ਇੱਕ ਵੀ ਦਿਨ ਇਹਨਾਂ ਦੇ ਸਾਰੇ ਪਰਿਵਾਰ ਦੇ ਘਰ ਨਹੀਂ ਠਹਿਰੇ, ਤੁਸੀਂ ਰਿਲੇਸ਼ਨ ਨਹੀਂ ਬਣਾਏ, ਕੀ ਕਹਿਣਾ ਚਾਹੁੰਦੇ ਹੋ? ਮੈਂ ਆਪਣੀ ਗੱਲ ਰੱਖਣਾ ਚਾਹੂੰਗੀ ਅੱਗੇ ਸਾਰੇ ਸਾਹਮਣੇ। ਹਾਂਜੀ ਦੱਸੋ, ਬੋਲੋ ਜੀ। ਸੋ ਤੁਸੀਂ ਮਤਲਬ ਸਾਨੂੰ ਮਤਲਬ ਟੈਲੀਕਾਸਟ ਕਰਨ ਲਈ, ਪ੍ਰੋਸੀਡ ਕਰਨ ਲਈ ਤੁਸੀਂ ਰੈਡੀ ਹੋ ਗਏ ਹੋ? ਬੋਲੋ ਜੀ। ਹਾਂਜੀ ਓਕੇ, ਗੋ ਹੈਡ। ਸੋ ਤੁਸੀਂ ਰੈਡੀ ਹੋ, ਐਗਰੀ ਹੋ ਗੱਲ ਕਰਨ? ਤੁਹਾਡੇ ਟੈਲੀਕਾਸਟ ਕਰ ਰਹੇ ਸੀ, ਬ੍ਰੌਡਕਾਸਟ ਕਰ ਰਹੇ ਆ। ਸੋ ਮੇਕ ਸ਼ੋਰ ਇਫ ਯੂ ਸਜੈਸਟ ਤੁਸੀਂ ਵਿਤਾ ਰੱਖ ਸਕਦੇ ਹੋ ਪੱਕ, ਨਹੀਂ ਤੁਸੀਂ ਲਾਈਨ ਕੱਟ ਸਕਦੇ ਹੋ। ਦਿਸ ਯੂਰ ਚੁਆਇਸ। ਠੀਕ ਹੈ ਜੀ। ਓਕੇ, ਪ੍ਰੋਸੀਡ ਕਰੋ ਜੀ ਪਲੀਜ਼। ਹੋਲਡ ਔਨ ਪਲੀਜ਼। ਸੋ ਤੁਸੀਂ ਕੇਸ ਜੋ ਸੇ ਯੈਸ অর ਨੋ? ਹਾਂਜੀ ਕਮਲ ਜੀ ਤੁਸੀਂ ਆਪ ਜੀ ਯੈਸ ਕਹੋਗੇ ਔਰ ਨੋ?
ਯੈਸ। ਓਕੇ ਪ੍ਰੋਸੀਡ ਕਰੋ ਪਲੀਜ਼। ਕਮਲਜੀਤ ਤੁਸੀਂ ਸਾਡੇ ਰਿਸਪੈਕਟਡ ਹੋ, ਵੀ ਰਿਸਪੈਕਟ ਯੂ, ਕਿਉਂਕਿ ਤੁਸੀਂ ਸਾਡੇ ਸਮਾਜ ਦੀ ਧੀ ਹੋ। ਤੁਹਾਡੀ ਮਾਤਾ ਜੀ, ਤੁਹਾਡਾ ਬ੍ਰਦਰ, ਤੁਹਾਡੇ ਪਿਤਾ ਜੀ ਸਾਡੇ ਸਤਿਕਾਰਯੋਗ ਨੇ। ਤੁਸੀਂ ਸਾਡੇ ਇਲਾਕੇ ਦੇ ਹੋ। ਅੱਜ ਦੂਜੇ ਪਾਸੇ ਗੁਰਪ੍ਰੀਤ ਜਿਹਨਾਂ ਦਾ ਲਾਸਟ ਨੇਮ ਗੋਪੀ ਹੈ, ਇਹ ਵੀ ਸਾਡੇ ਇਲਾਕੇ ਦੇ ਨੇ। ਤੁਸੀਂ ਸਾਡੇ ਵਾਸਤੇ ਦੋਨੇ ਤਰ੍ਹਾਂ ਰਿਸਪੈਕਟਡ ਹੋ। ਔਰ ਅਸੀਂ ਇਸ ਰੇਡੀਓ ਸ਼ੋਅ ਦੇ ਵਿੱਚ ਕਿਸੇ ਦੀ ਹੈਲਪ ਨਹੀਂ ਕਰ ਰਹੇ। ਅਸੀਂ ਸਿਰਫ ਲੋਕਾਂ ਨੂੰ ਜੋ ਫਰਾਡ ਹੋ ਰਿਹਾ ਉਹ ਜਾਣਕਾਰੀ ਦੇ ਰਹੇ ਹਾਂ। ਇਸ ਦੇ ਵਿੱਚ ਫਰਾਡ ਕਿੰਨਾ ਇਨਵੋਲਵ ਹੈ, ਇਹਦੇ ਵਿੱਚ ਸੱਚ ਕਿੰਨਾ ਆ, ਇਹ ਕਮਲਜੀਤ ਤੁਸੀਂ ਦੱਸੋਗੇ ਆਪਣਾ ਪੱਖ, ਤੇ ਦੂਜੇ ਪਾਸੇ ਦੱਸਣਗੇ ਗੁਰਪ੍ਰੀਤ ਜੀ ਆਪਣਾ ਪੱਖ। ਇਹ ਟਰੂ ਹੈ ਕਮਲਜੀਤ ਜੀ, ਤੁਹਾਡੀ ਸ਼ਾਦੀ ਜਿਹੜੀ ਆ ਇਹਨਾਂ ਨਾਲ ਅਰੇਂਜ ਮੈਰਿਜ ਹੋਈ ਆ? ਹਾਂਜੀ। ਆਈ ਸੀ। ਇਹਦੇ ਵਿੱਚ 15 ਲੱਖ ਰੁਪਏ ਤੋਂ ਉੱਪਰ ਦੀ ਇਨਵੋਲਵਮੈਂਟ ਹੋਈ ਹੈ, ਸੱਚ ਹੈ? ਨਹੀਂ ਜੀ। ਕਿੰਨੇ ਪੈਸੇ ਦੀ ਇਨਵੋਲਵਮੈਂਟ ਹੋਈ ਆ? ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀਗਾ 12 ਲੱਖ ਦੀ ਇਨਵੋਲਵਮੈਂਟ ਹੋਈ ਆ। ਮੈਨੂੰ ਪਹਿਲਾਂ 25 ਲੱਖ ਦਾ ਇਹ ਸ਼ੋਅ ਕਰ ਦੇਣ ਕਿ ਹਾਂ 25 ਲੱਖ ਦੇ ਪ੍ਰੂਫ ਦੇ ਦੇਣ ਮੈਨੂੰ। ਸੋ ਤੁਹਾਡੇ ਮੁਤਾਬਕ 12 ਲੱਖ ਦੀ ਵਿੱਚ ਇਨਵੋਲਵ 12 ਲੱਖ ਕਾਹਦੇ ਵਾਸਤੇ ਲਿਆ ਗਿਆ? ਲੋਕ ਕੁੜੀ ਵਾਲੇ ਦਿੰਦੇ ਹੁੰਦੇ ਤੇ ਮੁੰਡੇ ਵਾਲੇ ਕਿਉਂ ਦਿੱਤਾ ਤੁਹਾਨੂੰ? ਸਭ ਤੋਂ ਪਹਿਲਾਂ ਮੈਂ ਆਇਸ ਕੀਤੀ ਸੀ, ਮੇਰੇ ਘਰ ਦੇ ਨੇ ਮੈਨੂੰ ਆਇਸ ਕਰਵਾਈ, ਮੇਰੇ ਘਰ ਦੇ ਨੇ ਖੁਦ ਆਇਸ ਕਰਵਾਈ। ਇਹਨਾਂ ਨੇ ਸਿਰਫ ਮੇਰੀ ਫੀਸ ਪੇ ਕੀਤੀ, ਇਹਨਾਂ ਨੇ ਮੇਰੀ ਸਿਰਫ ਜੀਐਸ ਪੇ ਕੀਤੀ। ਜੀਐਸਟੀ ਦੀ ਫੀਸ ਦੇ ਵਿੱਚੋਂ ਮੇਰੇ ਘਰ ਦੇ ਨੇ ਖੁਦ ਪੈਸੇ ਅੱਧੇ ਲਾਏ ਆ, ਇਹਨਾਂ ਨੇ ਫੁੱਲ ਪੈਸੇ ਨਹੀਂ ਲਾਏ। ਨਹੀਂ, ਮੈਂ ਸਰ ਪੂਰੇ ਪੈਸੇ ਲਾਏ ਹੋਇਆ, ਆਪਣੇ ਕੋਲ ਸਾਰੇ ਪ੍ਰੂਫ ਪਏ ਆ, ਕੱਲਾ ਪ੍ਰੂਫ ਹੈ ਆਪਣੇ ਕੋਲ। ਮੇਰੇ ਕੋਲ ਵੀ ਕੱਲੇ ਪ੍ਰੂਫ ਪਏ ਨੇ। ਪਰ ਗੁਰਪ੍ਰੀਤ ਆਪਣੇ ਕਮਲ ਤੁਸੀਂ ਸ਼ਾਦੀ ਇਸ ਲੜਕੇ ਨਾਲ ਕਰਾਈ, ਤੁਹਾਡੀ ਵਿਆਹ ਹੋਇਆ ਪ੍ਰੋਪਰ, ਔਰ ਤੁਸੀਂ ਤੁਹਾਡੇ ਵਿਆਹ ਦੀ ਫੋਟੋ ਨੇ, ਵਿਆਹ ਦੀ ਫੋਟੋ ਲਾਓ ਜਿਹਨਾਂ ਨੇ ਕਮੈਂਟ ਪਲੀਜ਼ ਪ੍ਰੋਸੀਡ ਕਰੋ ਜਲਦੀ ਵਿੱਚ। ਔਰ ਤੁਸੀਂ ਫਿਰ ਇਹ ਇੱਕ ਐਲੀਗੇਸ਼ਨ ਲਾ ਰਹੇ ਨੇ ਕਿ ਤੁਸੀਂ ਇਹਨਾਂ ਨਾਲ ਇੱਕ ਹਸਬੈਂਡ ਵਾਈਫ ਵਾਲੀ ਫਿਊਚਰ ਵਾਲੀ ਜ਼ਿੰਦਗੀ ਸ਼ੁਰੂ ਨਹੀਂ ਕੀਤੀ। ਕਾਰਨ ਕੀ ਸੀਗਾ? ਤੁਹਾਡੇ ਮਨ ਦੇ ਵਿੱਚ ਖੋਟ ਕੀ ਹੈ? ਤੁਹਾਨੂੰ ਕਹਿਣੇ ਕਿਹਾ ਕਿ ਮੈਂ ਪ੍ਰੋਸੀਡ ਨਹੀਂ ਕੀਤੀ। ਹਾਂਜੀ, ਇਹ ਤਾਂ ਜਦ ਝੂਠ ਆ। ਕਿਵੇਂ? ਇਹ ਕਹਿਣੇ ਕਿਹਾ ਕਿ ਮੈਂ ਪ੍ਰੋਸੀਡ ਨਹੀਂ ਕੀਤੀ ਲਾਈਫ। ਤੁਹਾਡੀ ਜਿਹੜੀ ਲੈਂਗੁਏਜ ਹੈ, ਮਸਟ ਵਾਚ ਯੋਰ ਲੈਂਗੁਏਜ। ਤੁਸੀਂ ਗੱਲ ਕਰਨ ਦਾ ਤਰੀਕਾ ਸਿੱਖੋ, ਔਰ ਤੁਸੀਂ ਐਰੋਗੈਂਟ ਹੋ। You talking to Joginder Basi, must watch your language, must watch your behavior. I'm asking you, you have to give right answer. Otherwise, you can hang up the line. You're free to do that. You must have behavior. मैं तो respect करती हूँ सर, पर You must, excuse me, watch your language. The way you talk is not acceptable to me. ਔਰ ਅਸੀਂ ਆਪਣੇ ਗੁਰਪ੍ਰੀਤ ਤੁਸੀਂ ਬੋਲੋ ਕਿ ਤੁਹਾਡੀ ਵਾਈਫ ਨੇ ਤੁਹਾਡੇ ਸਵੇਰੇ ਆਉਂਦੀ ਸ਼ਾਮ ਨੂੰ ਚੱਲ ਜਾਂਦੀ ਸੀਗੀ ਤੁਹਾਡੇ ਨਾਲ। ਕਮਲ ਤੁਸੀਂ ਤੇ ਆਪਣੇ ਹਸਬੈਂਡ ਤੁਹਾਡਾ ਰਿਸ਼ਤਾ ਕਿ ਸੈਟਅਪ ਕਿਉਂ ਨਹੀਂ ਹੋਇਆ? ਤੁਸੀਂ ਆਪਸ ਵਿੱਚ ਰਿਲੇਸ਼ਨ ਕਿਉਂ ਨਹੀਂ ਬਣਾਏ ਹਸਬੈਂਡ ਵਾਈਫ ਦਾ? ਰੀਜ਼ਨ ਕੀ ਸੀਗਾ? ਸਰ ਇਹਨਾਂ ਦੇ ਸੀਗਾ ਵੀ ਕਹਿੰਦੇ ਜੀ ਇਹਦੀ ਮਤਲਬ ਏਜ ਕਮਲਜੀਤ ਕੌਰ ਦੀ। ਗੁਰਪ੍ਰੀਤ ਖੋਲ ਕੇ ਬੋਲ ਕਰ, ਉੱਚੀ ਬੋਲੋ ਗੁਰਪ੍ਰੀਤ, ਮੂੰਹ ਵਿੱਚ ਨਾ ਬੋਲੋ, ਉੱਚੀ ਬੋਲੋ ਪਲੀਜ਼, ਬਿਕਾਜ਼ ਸ਼ਾਰਟ ਟਾਈਮ ਹੈ। ਟੈਲ ਜਸਟ ਟਰੂ ਔਰ ਨਾਟ। ਔਰ ਕਮਲ ਜੀ ਇਸ ਵੇਲੇ ਲਾਈਨ 'ਤੇ ਨੇ, ਔਰ ਤੁਸੀਂ ਦੱਸੋ, ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਤੁਹਾਡੇ ਬ੍ਰਦਰ ਨਾਲ ਆਉਂਦੀ ਸੀ, ਰੋਜ਼ ਘਰ ਵਾਪਸ ਚੱਲ ਜਾਂਦੀ ਸੀ, ਤੁਹਾਡੇ ਨਾਲ ਇੱਕ ਵੀ ਰਾਤ ਇਹਨਾਂ ਨੇ ਗੁਜ਼ਾਰੀ ਨਹੀਂ। ਕੀ ਕਮਲ ਇਹ ਸੱਚ ਹੈ? ਹਾਂਜੀ ਹਾਂਜੀ ਸਰ। ਕਮਲ ਜੀ ਕੀ ਕਹਿਣਾ ਚਾਹੁੰਦੇ ਆਪ ਜੀ? ਕਮਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਮਲ ਤੁਸੀਂ ਲਾਈਨ ਤੇ ਬੋਲ ਕਿਉਂ ਨਹੀਂ ਰਹੇ? ਹੈਲੋ। ਹਾਂਜੀ, ਮੇਰਾ ਸਵਾਲ ਹੈ ਆਪ ਜੀ ਨੂੰ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਕੀਤੀ, ਤੁਸੀਂ ਵਿਆਹ ਤੋਂ ਬਾਅਦ ਆਪਣਾ ਰਿਲੇਸ਼ਨ ਹਸਬੈਂਡ ਦੇ ਨਾਲ ਕਾਇਮ ਨਹੀਂ ਕੀਤਾ, ਕਾਰਨ ਕੀ ਸੀ? ਸਰ ਮੇਰਾ ਆਫੀਸ਼ੀਅਲੀ ਵਿਆਹ ਹੋਇਆ ਇਹਨਾਂ ਨਾਲ। ਹਾਂਜੀ, ਮੇਰਾ ਆਫੀਸ਼ੀਅਲੀ ਵਿਆਹ ਹੋਇਆ ਇਹਨਾਂ ਨਾਲ, ਪੂਰਾ ਪੱਕਾ ਕੀਤਾ ਗਿਆ ਸੀ ਮੇਰੇ ਨਾਲ ਇਹਨਾਂ ਨਾਲ। ਸਿੱਧੂ ਸਾਹਿਬ ਕੀ ਕਹਿੰਦੇ ਨੇ ਜੀ? ਪਲੀਜ਼ ਉਹ ਕਹਿ ਰਹੇ ਸਾਥ ਨੇ ਦਿਓਗੇ? ਆਫੀਸ਼ੀਅਲੀ ਸਾਡੀ ਮੈਰਿਜ ਹੋਈ ਸੀ, ਪੱਕਾ ਵਿਆਹ ਹੋਇਆ ਸੀ ਜੀ। ਉਹ ਹਾਂ ਹਾਂ, ਪੱਕਾ ਵਿਆਹ ਹੋਇਆ ਤੇ ਫਿਰ ਇਹਨਾਂ ਨੇ ਰਿਲੇਸ਼ਨ ਕਿਉਂ ਨਹੀਂ ਬਣਾਇਆ? ਜੀ ਇਹ ਕਮਲਜੀਤ ਜੀ ਦੱਸਣਗੇ। ਕਮਲਜੀਤ ਜੀ ਜੋ ਸਵਾਲ ਪੁੱਛ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਕਮਲਜੀਤ ਜੀ ਤੁਸੀਂ ਰੋਜ਼ ਸਵੇਰ ਨੂੰ ਆ ਜਾਂਦੇ ਸੀ, ਸ਼ਾਮ ਨੂੰ ਚੱਲ ਜਾਂਦੇ ਸੀ, ਪਰ ਇਹਨਾਂ ਦੇ ਨਾਲ ਰਿਲੇਸ਼ਨ ਕਿਉਂ ਨਹੀਂ ਬਣਾਇਆ? ਕਿ ਵੀ ਰਾਤ ਕਿਉਂ ਨਹੀਂ ਰਹੇ ਵਿਆਹ ਤੋਂ ਬਾਅਦ? ਇਹਨਾਂ ਦੇ ਪੇਰੈਂਟਸ ਦਾ ਕਹਿਣਾ ਸੀਗਾ ਕਿ ਅਸੀਂ ਹਜੇ ਬੱਚੇ ਆ, ਤਾਂ ਕਰਕੇ ਹਜੇ ਸਾਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਇੱਥੇ ਆ ਜਾਊਗੇ, ਮੇਰਾ ਹਸਬੈਂਡ ਇੱਥੇ ਆ ਜਾਊਗਾ, ਫਿਰ ਅਸੀਂ ਇਕੱਠੇ ਰਵਾਂਗੇ, ਤਾਂ ਫਿਰ ਅਸੀਂ ਆਪਣੀ ਲਾਈਫ ਨੂੰ ਪ੍ਰੋਸੀਡ ਕਰਾਂਗੇ। ਇਹ ਕਿਹਨੇ ਕਿਹਾ ਸੀਗਾ? ਤੁਹਾਡੇ ਸਹੁਰਾ ਸਾਹਿਬ ਨੇ? ਇਹ ਸਾਰੇ ਮੇਰੇ ਪੇਰੈਂਟਸ ਨੇ ਸੀਗਾ। ਹਾਂਜੀ, ਇਨ-ਲॉज ਦੇ ਵੱਲੋਂ ਸੀਗਾ। ਇਨ-ਲॉज ਨੇ ਕਿਹਾ? ਓਕੇ ਗੁਰਪ੍ਰੀਤ, ਤੁਸੀਂ ਇਹ ਕਹਿ ਰਹੀ ਹੈ ਕਿ ਤੁਹਾਡੇ ਸਹੁਰੇ ਨੇ ਕਿਹਾ, ਤੁਹਾਡੀ ਮਦਰ ਨੇ ਕਿਹਾ ਕਿ ਤੁਸੀਂ ਮਿਲਣਾ ਨਹੀਂ ਗਾ, ਇਹ ਕਿਵੇਂ ਹੋ ਸਕਦਾ? ਹਾਊ ਇਜ਼ ਪੋਸੀਬਲ? ਕਮ ਔਨ। ਨਹੀਂ ਸਰ, ਇੱਕਦਮ ਝੂਠ ਹੈ ਗੱਲ ਜੀ। ਇਹਨੇ ਜੀ ਇਹਦੀ ਮਦਰ ਕਹਿੰਦੇ ਸੀਗੇ ਵੀ ਨਹੀਂ ਜੀ, ਖੁਦ ਜਦੋਂ ਇਹਨਾਂ ਨੂੰ ਛੱਡਣ ਵੀ ਜਾਂਦੇ ਸੀ ਨਾ, ਕਿਤੇ ਆਈ ਹੁੰਦੀ ਸੀ ਵੀ ਇਹਦੇ ਬ੍ਰਦਰ ਛੱਡ ਕੇ ਚੱਲ ਵੀ ਜਾਂਦੇ ਸੀ ਜੇ ਛੱਡਣ ਜਾਣਾ, ਤੇ ਜੇ ਮੈਂ ਵੀ ਛੱਡਣ ਜਾਣਾ ਤੇ ਇਹਦੇ ਨਾਲ ਕਹਿੰਦੇ ਹੁੰਦੇ ਸੀਗੇ, ਇਹਦੇ ਵੀ ਮਦਰ ਕਹਿੰਦੇ ਹੁੰਦੇ ਸੀ ਕਾਲ ਕਰਕੇ ਵੀ ਉਹਨੂੰ ਗੁਰਪ੍ਰੀਤ ਨੂੰ ਇਕੱਲੇ ਨੂੰ ਨਾ ਭੇਜਿਓ,
ਵੀ ਨਾਲ ਤੁਸੀਂ ਮਦਰ ਫਾਦਰ ਦੋਨੋਂ ਜਣੇ ਜਾਂ ਮਦਰ ਵੀ ਨਾਲ ਆਇਓ ਛੱਡਣ, ਕੱਲੇ ਨੂੰ ਨਾ ਭੇਜਿਓ ਉਹਨੂੰ ਛੱਡਣ, ਇਹ ਗੱਲ ਕਹਿੰਦੇ ਹੁੰਦੇ ਸੀਗੇ ਜੀ। ਨਹੀਂ ਤੁਹਾਨੂੰ ਇਹ ਕਿਹਨੇ ਕਿਹਾ ਹੈ ਕਿ ਅਸੀਂ ਲੜਕੀ ਸਾਡੀ ਕੀਤਾ ਦੱਸਿਆ ਹੋਇਆ ਕਿਸੇ ਨੂੰ ਵੀ ਇਹਨਾਂ ਦੀ ਮੈਰਿਜ ਹੋਈ ਹੋਈ ਆ, ਠੀਕ ਹੈ ਜੀ। ਇਹਨਾਂ ਦੇ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਦੀ ਮੈਰਿਜ ਹੋਈ ਹੋਈ ਆ। ਨਹੀਂ ਪਿੰਡ ਦੇ ਵਿੱਚ ਜਦੋਂ ਮੈਰਿਜ ਹੋਈ ਹੈ ਪਿੰਡ ਦੇ ਵਿੱਚ ਤੁਸੀਂ ਪਤਾ ਨਹੀਂ ਕੀਤਾ ਕਿ ਮੈਰਿਜ ਹੈ, ਕਾਰਡ ਵੰਡੇ ਹੋਣਗੇ, ਆਂਢ ਗੁਆਂਢ ਨੂੰ ਪਤਾ ਨਹੀਂ ਕਿ ਸ਼ਾਦੀ ਹੋਈ ਹੈ? ਨਹੀਂ ਸਰ ਇਹਨਾਂ ਨੇ ਦੱਸਿਆ ਨਹੀਂ ਹੋਇਆ ਉੱਥੇ ਕਿਸੇ ਨੂੰ, ਮਤਲਬ ਇਹ ਸਰ ਮੈਰਿਜ ਜਿੱਦਾਂ ਕੀਤੀ ਸੀਗੀ ਵੀ ਸਾਰੇ ਮੇਨ ਬੰਦੇ ਸੱਦੇ ਸੀਗੇ ਇਧਰੋਂ ਸਾਡੇ ਪਿੰਡ ਦੇ ਜਿਹੜੇ ਸਾਰੇ ਮੇਨ ਸੀਗੇ ਉਹ ਬੰਦੇ ਸੀਗੇ ਤੇ ਇਹਨਾਂ ਦੇ ਸੀਗੇ ਸਰ। ਗੁਰਪ੍ਰੀਤ ਤੁਹਾਡੀ ਆਵਾਜ਼ ਜਿਹੜੀ ਹੈ ਬਿਲਕੁਲ ਲੋਕਾਂ ਨੂੰ ਸਮਝ ਨਹੀਂ ਰਹੀ ਔਰ ਤੁਸੀਂ ਕਿਉਂ ਨਹੀਂ ਬੋਲ ਰਹੇ ਇਦਾਂ? ਸਾਰੀ ਜਿਹੜੀ ਇਹ ਮੈਰਿਜ ਹੈ ਜਿੱਦਾਂ ਜ਼ਿਆਦਾ ਬੰਦੇ ਨਹੀਂ ਸੱਦੇ ਸੀਗੇ। ਆਈ ਅੰਡਰਸਟੈਂਡ ਦੈਟਸ ਡਿਫਰੈਂਟ ਇਸ਼ੂ। ਮੇਰੇ ਕਹਿਣ ਦਾ ਭਾਵ ਹੈ ਕਿ ਤੁਸੀਂ ਆਪਣੇ ਹਸਬੰਡ ਵਾਈਫ ਦਾ ਰਿਲੇਸ਼ਨ ਨਾ ਬਣਾਉਣ ਦਾ ਕਾਰਨ ਕੀ ਸੀ? ਯੂ ਟੈਲ ਮੀ ਨਾਓ। ਇਹਦੇ ਵਿੱਚ ਕਮਲਜੀਤ ਤੁਹਾਡੀ ਵਾਈਫ ਕਹਿੰਦੀ ਕਿ ਤੁਹਾਡੇ ਸਹੁਰੇ ਪਰਿਵਾਰ ਨੇ ਮੇਰੇ ਕਿਹਾ ਸੀ ਕਿ ਤੁਸੀਂ ਇਹ ਛੋਟੇ ਆ, ਤੁਸੀਂ ਰਿਲੇਸ਼ਨ ਨਹੀਂ ਬਣਾਉਣੇ। ਤੁਹਾਡੀ ਉਮਰ ਕਿੰਨੀ ਸੀ ਗੁਰਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਸੀ? ਸਰ ਮੇਰੀ 22 ਸਾਲ ਏਜ ਹੈ ਜੀ, ਇਹਦੀ ਉਸ ਟਾਈਮ ਸੀਗੀ 18 19 ਸੀਗੀ ਮੇਰੇ ਹਿਸਾਬ ਨਾਲ ਉਸ ਟਾਈਮ। ਆਈ ਸੀ। ਫਿਰ ਤੁਸੀਂ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗੁਰਪ੍ਰੀਤ ਔਰ ਤੁਹਾਨੂੰ ਨਾ ਕੀਤੀ ਇਹਨੇ? ਹਾਂਜੀ ਸਰ ਮੈਨੂੰ ਨਾ ਕੀਤੀ ਇਹਨਾਂ ਨੇ। ਹਾਂਜੀ ਕਹਿੰਦੇ ਜੀ ਆਪਾਂ 2 ਸਾਲ ਰੁਕਣਾ, ਹਲੇ ਆਪਾਂ ਇਦਾਂ ਦਾ ਕੁਝ ਨਹੀਂ ਸੋਚਣਾ। ਹਾਂਜੀ ਸਾਰੀ ਨਹੀਂ ਮੈਨੂੰ ਕਿਹਾ ਵੀ ਹਲੇ 2 ਸਾਲ ਆਪਾਂ ਕੁਝ ਨਹੀਂ ਇਦਾਂ ਦਾ ਸੋਚਣਾ, ਬਾਅਦ ਚੋਂ ਦੇਖਾਂਗੇ ਜੋ ਵੀ ਕਰਨਾ। ਤੇ ਤੁਸੀਂ ਆਪਣੀ ਮਦਰ ਨੂੰ ਦੱਸਿਆ ਸੀਗਾ ਕਿ ਮੈਂ ਵਿਆਹ ਕਰਾਇਆ, ਮੈਂ ਲਾਈਫ ਸਪੈਂਡ ਕਰਨੀ ਚਾਹੁੰਦਾ, ਮੈਂ ਰਾਤ ਸਪੈਂਡ ਕਰਨੀ ਚਾਹੁੰਦਾ, ਮੈਂ ਬਾਹਰ ਜਾਣਾ ਚਾਹੁੰਦਾ? ਗੁਰਪ੍ਰੀਤ ਤੁਸੀਂ ਇਹਨੂੰ ਪ੍ਰਪੋਜ਼ਲ ਦਿੱਤੀ ਸੀ ਇਸ ਗੱਲ ਦੀ ਜਾਂ ਨਹੀਂ? ਨਹੀਂ ਸਰ। ਹਾਂਜੀ ਨਹੀਂ ਦਿੱਤੀ ਸੀ। ਕਮਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਮਲ ਤੁਸੀਂ ਕਿਉਂ ਨਹੀਂ ਆਪਣਾ ਰਿਸ਼ਤਾ ਬਣਾਇਆ ਆਪਣੇ ਹਸਬੰਡ ਨਾਲ ਵਿਆਹ ਕਰਾ ਕੇ? ਸਰ ਮੈਂ ਇੱਥੇ ਇਹ ਕਹਿਣਾ ਚਾਹੂੰਗੀ ਕਿ ਜਦੋਂ ਇਹ ਸਾਰਾ ਕੁਝ ਹੋਇਆ ਸੀਗਾ, ਇਹਨਾਂ ਦੇ ਮਾਮਾ ਜੀ ਨੇ ਗੱਲ ਕਹੀ ਸੀ ਕਿ ਕੁੜੀ ਨਹੀਂ ਆਊਗੀ। ਹਾਂਜੀ ਇਹਨਾਂ ਦੇ ਮਾਮਾ ਜੀ ਨੇ ਗੱਲ ਕਹੀ ਸੀਗੀ ਕਿ ਨਹੀਂ ਕੁੜੀ ਨਹੀਂ ਜਾਊਗੀ, ਜਦੋਂ ਸਾਰਾ ਕੁਝ ਹੋ ਜਾਊਗਾ ਕਰ ਦਾਂਗੇ, ਸਾਰੇ ਕਾਗਜ਼ ਪੱਤਰ ਲੱਗ ਜਾਣਗੇ ਤਾਂ ਇਹ ਜਦੋਂ ਬਾਹਰ ਜਾਣਗੇ ਉਦੋਂ ਇਹ ਆਪਣਾ ਲਾਈਫ ਨੂੰ ਸਟਾਰਟ ਕਰਨਗੇ। ਮਤਲਬ ਤੁਸੀਂ ਵਿਆਹ ਇੰਡੀਆ ਵਿੱਚ ਝੂਠ ਹੋ ਰਹੀ ਹੈ ਜੀ। ਪਰ ਤੁਸੀਂ ਪ੍ਰੂਵ ਕਰੋ, ਤੁਸੀਂ ਬੋਲਦੇ ਕਿਉਂ ਨਹੀਂ? ਹਰ ਗੁਰਪ੍ਰੀਤ ਤੁਸੀਂ ਝੂਠ ਬੋਲੇ ਕੁੜੀ ਝੂਠ ਬੋਲ ਰਹੇ, ਇੱਕਦਮ ਝੂਠ ਬੋਲ ਰਹੇ। ਮਾਮਾ ਜੀ ਹੁਣੀ ਤਾਂ ਗੱਲ ਕਹੀ ਨਹੀਂ। ਹਾਂਜੀ ਕਮਲਜੀਤ ਜੀ, ਭੈਣ ਜੀ ਤੁਹਾਡੇ ਜਿਹੜੇ ਬ੍ਰਦਰ ਦਾ ਨਾਮ ਕੀ ਹੈ ਜੀ? ਧੀਰਜ। ਮੇਰੇ ਨਾਮ ਹੈਗਾ ਧੀਰਜ ਜੀ। ਧੀਰਜ ਜੀ ਸਾਡੀ ਲਾਈਨ ਤੇ ਆ ਚੁੱਕੇ ਨੇ ਜੀ। ਹਾਂਜੀ ਧੀਰਜ ਤੁਸੀਂ ਕੀ ਕਹਿਣਾ ਚਾਹੁੰਦੇ? ਧੀਰਜ ਬੋਲੋ। ਸਤਿ ਸ੍ਰੀ ਅਕਾਲ ਜੀ। ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਬੱਸੀ ਸਾਹਿਬ ਨੂੰ ਕਿ ਪਹਿਲਾਂ ਤਾਂ ਨਿਰਪੱਖ ਫੈਸਲਾ ਹੋਵੇ। ਇਹਨਾਂ ਨੇ ਲਾਈਵ ਬੱਸੀ ਸਾਹਿਬ ਦੇ ਸ਼ੋਅ ਵਿੱਚ ਲਾਈਵ ਬੱਸੀ ਸਾਹਿਬ ਨੇ ਕਿਹਾ ਕਿ 25 ਲੱਖ ਦੀ ਅਸੀਂ ਠੱਗੀ ਮਾਰੀ ਹੈ। ਪਹਿਲੀ ਗੱਲ, ਅਸੀਂ ਪਿੰਡ ਖਾਨਾ ਢੇਸੀਆਂ ਦੇ ਵਸਨੀਕ ਹਾਂ। ਪਿੰਡ ਖਾਨਾ ਢੇਸੀਆਂ ਦੇ ਵਿੱਚ ਅਸੀਂ ਰਹਿੰਦੇ ਪਏ ਹਾਂ ਤੇ ਨਾ ਤਾਂ ਅਸੀਂ ਭੱਜੇ ਹਾਂ ਤੇ ਨਾ ਅਸੀਂ ਕਿਤੇ ਦੂਰ ਜਾਂਦੇ ਪਏ ਹਾਂ, ਠੀਕ ਹੈ ਜੀ। ਦੂਜੀ ਗੱਲ, ਪਿੰਡ ਦੇ ਕਈ ਨੁਮਾਇੰਦਿਆਂ ਨੂੰ ਅਸੀਂ ਇਹਨਾਂ ਦੇ ਕੋਲ ਭੇਜਿਆ ਤੇ ਇਹਨਾਂ ਨੇ ਸਾਨੂੰ ਕੋਈ ਇੰਨੀ ਗੱਲ ਵੀ ਕਹੀ ਕਿ ਮਾਂ ਤੇ ਪੁੱਤ ਦਾ ਵੀਜ਼ਾ ਲੱਗਿਆ ਕੈਨੇਡਾ ਦਾ। ਲੋਕਡਾਊਨ ਦੇ ਵਿੱਚ ਕਿਹੜੀ ਅੰਬੈਸੀ ਆ ਕਿ ਜਿਹੜੇ ਮਾਂ ਪੁੱਤ ਦਾ ਕੈਨੇਡਾ ਦਾ ਵੀਜ਼ਾ ਲਵਾ ਦੇਵੇ? ਤੇ ਅਸੀਂ ਚੱਲ ਜਾਵੇ ਤੇ ਇਹਨਾਂ ਦੇ ਮੂਹਰੇ ਪਾਸਪੋਰਟ ਵੀ ਰੱਖੇ ਤੇ ਉਹਦੇ ਤੇ ਕੋਈ ਵੀਜ਼ਾ ਨਹੀਂ ਸੀਗਾ, ਤੇ ਕੋਈ ਵੀ ਵੀਜ਼ਾ ਨਹੀਂ ਸੀਗਾ, ਠੀਕ ਹੈ। ਤੇ ਦੂਜੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ 25 ਲੱਖ ਇਹਨਾਂ ਨੇ ਲਾਇਆ ਆ ਤੇ ਉਹਦਾ ਪ੍ਰੂਫ ਦੇਣ। ਅਸੀਂ ਉਹਨਾਂ ਦੇ ਜੇ ਅਸੀਂ ਇਹਨਾਂ ਨੇ 30 ਲੱਖ ਲਾਇਆ, ਜੇ 50 ਲੱਖ ਲਾਇਆ, ਜੇ ਸਾਡੇ ਕੋਲ ਜੀ ਬਿਲਕੁਲ ਜੀ ਧੀਰਜ ਜੀ, ਤੁਹਾਡੀ ਸਾਰੀ ਗੱਲ ਅਸੀਂ ਸਮਝ ਰਹੇ ਹਾਂ, ਪਰ ਇੱਕ ਜਿਹੜਾ ਸਿੰਪਲ ਸਵਾਲ ਹੈ, ਭਾਵੇਂ 1 ਕਰੋੜ ਲੱਗਿਆ ਜੀ, ਭਾਵੇਂ 25 ਲੱਖ ਲੱਗਿਆ, ਭਾਵੇਂ 25 ਰੁਪਏ ਹੀ ਲੱਗੇ ਆ, ਸਿਰਫ ਗੱਲ ਇਹ ਹੋ ਰਹੀ ਆ ਕਿ ਪ੍ਰੋਬਲਮ ਕੀ ਆਈ ਆ ਤੁਹਾਡੀ ਭੈਣ ਦੀ ਜਿਹੜੀ ਤੁਹਾਡੇ ਜੀਜਾ ਜੀ ਨਾਲ ਉਹ ਕਿਉਂ ਨਹੀਂ ਬਣ ਰਹੀ? ਚਲੋ ਭਾਵੇਂ 12 ਲੱਖ ਹੀ ਉਹਨਾਂ ਨੇ ਮੈਰਿਜ ਦੀ ਫੋਟੋ ਲਾਓ। ਇੱਕ ਮਿੰਟ ਜੀ ਪਲੀਜ਼ ਪੁੱਟ ਇਨ ਮੈਰਿਜ ਪਿਕਚਰ। ਮੇਰੇ ਕੋਲ ਪ੍ਰੂਫ ਹੈ ਇਹਨਾਂ ਦੇ ਫਾਦਰ ਸਾਹਿਬ ਗੁਰਪ੍ਰੀਤ ਦੇ, ਮੇਰੇ ਫਾਦਰ ਸਾਹਿਬ ਗੋਲੀ ਮਾਰ ਦਿਆਂਗੇ, ਮੇਰੇ ਕੋਲ ਪ੍ਰੂਫ ਪਏ ਆ, ਵਿਦ ਪ੍ਰੂਫ ਗੱਲ ਕਰ ਰਿਹਾ ਮੈਂ, ਵਿਦ ਪ੍ਰੂਫ ਮੈਂ ਤੁਹਾਨੂੰ ਭੇਜੂਗਾ। 10,20,000 ਦੇ ਸਾਡੇ ਕੋਲ ਇਹਨਾਂ ਨੇ ਅਕਾਊਂਟ ਤੇ ਟ੍ਰਾਂਸਫਰ ਕੀਤਾ, ਮੇਰੀ ਭੈਣ ਨੂੰ ਕਹਿ ਕੇ ਇਹਨਾਂ ਨੇ ਜੋ ਵੀ ਆ ਮੇਰੇ ਕੋਲ ਵਿਦ ਪ੍ਰੂਫ ਗੱਲ ਕਰ ਰਿਹਾ ਮੈਂ। ਇੱਕ ਸੈਕਿੰਡ ਧੀਰਜ, ਇੱਕ ਮਿੰਟ, ਤੁਸੀਂ ਕਿੰਨੇ ਕਹਿੰਦੇ? 10 ਲੱਖ ਉਹਨੂੰ ਕਿਹਾ ਵੀ ਸੀਗਾ ਕਿ ਇੱਕ ਸਿਸਟਰ ਦੀ ਜੇ ਗਲਤ ਹੋਈ ਮੇਰੀ ਸਿਸਟਰ ਨੇ ਵੀ ਕਿਹਾ ਕਿ ਮਹੱਲੇ 'ਚ ਇਹਨਾਂ ਨੇ ਮੁੰਡਾ ਰੱਖਿਆ ਆ। ਔਰ ਧੀਰਜ ਸਟਾਪ ਇਟ ਪਲੀਜ਼। ਅਵਨੂਰ ਕੌਰ ਚੰਡੀਗੜ੍ਹ ਦੇ ਨਾਲ ਗੱਲਬਾਤ ਸੀਗੀ। ਧੀਰਜ ਇਸ ਮੁੰਡੇ ਨੇ ਸਕਰੀਨਸ਼ਾਟ ਵੀ ਮੇਰੀ ਭੈਣ ਨੂੰ ਕਿਹਾ ਕਿ ਮੇਰਾ ਜਿਹੜੀ ਆਈਡੀ ਹੈ ਹੈਕ ਹੋ ਗਈ, ਤੇ ਮੇਰੀ ਭੈਣ ਨੇ ਮੈਨੂੰ ਇਹ ਗੱਲ ਜੋ ਦੱਸੀ ਮੇਰੇ ਦਿਲ 'ਚ ਬਲੁੰਦਰੇ ਨਿਕਲਿਆ। ਮੈਂ ਕਿਹਾ ਯਾਰ ਅਸੀਂ ਇਹ ਮੁੰਡਾ ਲੱਭ ਲਿਆ।
ਇਹ ਨਹੀਂ ਮੇਰੇ ਇਹ ਮੇਰੇ ਨਹੀਂ ਮਾਮਿਆਂ ਨੂੰ ਕਹਿ ਰਹੇ ਕਿ ਜੇਲ੍ਹ 'ਚ ਕਰ ਦਿਆਂਗੇ ਕਿ ਕੀ ਅਸੀਂ ਕੋਈ ਗੁਨਾਹ ਕਰ ਦਿੱਤਾ ਆਪਣੀ ਭੈਣ ਦਾ ਰਿਸ਼ਤਾ ਕਰਕੇ। ਇੱਕ ਸੈਕਿੰਡ ਧੀਰਜ, ਕੀ ਕਿਹਾ ਸੀ ਮੁੰਡੇ ਨੇ, ਕੀ ਕਿਹਾ? ਮੁੰਡਾ ਸਾਨੂੰ ਇਹ ਕਹਿੰਦੇ ਡਿਪਲੋਮਾ ਕੀਤਾ ਮੁੰਡੇ ਨੇ, ਮੁੰਡਾ 10 ਪੜਿਆ ਨਿਕਲਿਆ। ਡਸਨਟ ਮੈਟਰ 10 ਪੜਿਆ ਜਾਂ ਨਹੀਂ ਪੜਿਆ, ਜਸਟ ਡਿਫਰੈਂਟ ਇਸ਼ੂ। ਮੇਰਾ ਸਵਾਲ ਇਹ ਆ ਕਿ ਤੁਸੀਂ ਇੱਕ ਮਿੰਟ ਹੋਲਡ ਔਨ ਇਹ ਕਹਿੰਦੇ ਜੀ ਹੁਣ 10 ਪੜਿਆ ਹੋਇਆ ਜੀ, ਨਹੀਂ ਸਾਰੀ ਗੱਲ ਉਹਨਾਂ ਨੇ ਇੱਕ second, sir, come to the mic, please. ਝੂਠ ਬੋਲ ਰਿਹਾ ਸਰ, ਜੇ ਇਹ ਗੱਲ ਆ ਨਾ ਇਹ 10 ਮਿੰਟ ਓਕੇ, ਹੋਲਡ ਔਨ ਪਲੀਜ਼, ਹੋਲਡ ਔਨ ਧੀਰਜ, ਲਿਸਨ ਟੂ ਮੀ। ਤੁਸੀਂ ਕਹਿੰਦੇ ਹੋ ਕਿੰਨੇ ਪੈਸੇ ਟ੍ਰਾਂਸਫਰ ਕੀਤੇ ਇਹਨਾਂ ਨੇ ਤੁਹਾਡੇ? 10 ਲੱਖ ਕਿੰਨੇ ਕੀਤੇ ਨੇ? ਰਹੀ ਸੀ ਇੰਡੀਆ 'ਚ ਬੀਟੈਕ ਕਰਨੀ, ਕੋਈ ਖਾਲਾ ਜੀ ਕਾ ਬਾੜਾ ਕਿ ਨਹੀਂ ਹੈ। ਓਕੇ, ਇੱਕ ਮਿੰਟ ਪਿਆ ਤੇ ਦੂਜੀ ਗੱਲ ਹੈ ਨਾ ਇੱਕ ਮਿੰਟ ਗੁਰਪ੍ਰੀਤ, ਹੋਲਡ ਔਨ, ਸਟਾਪ ਇਟ ਪਲੀਜ਼, ਸਟਾਪ ਬੋਥ ਬਈ ਪਾਰਟੀਜ਼। ਗੱਲ ਸੁਣੋ, ਤੁਸੀਂ ਗੱਲ ਹੀ ਨਹੀਂ ਸੁਣ ਰਹੇ। You must ਤੁਸੀਂ stop it. ਸਬਜ਼ੀ ਮੰਡੀ ਥੋੜੀ ਖੜੇ ਆ ਆਪਾਂ। ਧੀਰਜ, ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਿੰਨੇ ਪੈਸੇ ਲਏ ਇਹਨਾਂ ਤੋਂ? ਕਾਰਵਾਈ ਆਪਣੀ ਬਣਾਈ ਹੋਊਗੀ, ਸਾਨੂੰ ਇੰਨੀ ਗੱਲ ਵੀ ਕਹੀ ਹੈ ਮੇਰੇ। ਧੀਰਜ, ਆਈ ਐਮ ਆਸਕਿੰਗ ਯੂ ਕੁਐਸਚਨ ਪਲੀਜ਼, ਸਟਾਪ ਇਟ। ਧੀਰਜ, ਤੁਸੀਂ ਕਿੰਨੇ ਪੈਸੇ ਲਏ ਇਹਨਾਂ ਤੋਂ? 10 ਲੱਖ ਕਿੰਨੇ ਲਏ ਨੇ? ਮੈਂ ਜੀ ਸੱਚ ਦੱਸ ਰਿਹਾ, ਮੈਂ ਆਪਣੀ ਸਿਸਟਰ ਦਾ ਵਿਆਹ ਆਪ ਕੀਤਾ ਜੈਨ ਹੋਟਲ ਰਾਇਲ ਦੇ ਵਿੱਚ। ਮੈਂ ਆਪਣੇ ਆਪ ਪੇ ਕੀਤੇ ਆ 70000 ਰੁਪਇਆ। ਤੁਸੀਂ ਇਹਨਾਂ ਤੋਂ ਕਿੰਨੇ ਪੈਸੇ? ਯੂ ਜਸਟ ਕਲੇਮ ਨਾਓ। 10,20,000 ਦੀ ਸਟੇਟਮੈਂਟ ਆ, ਅਸੀਂ ਆਪ ਪੇ ਕੀਤੀ ਹੋਆ ਜੀ, ਖੁਦ ਸਾਰੇ ਵਿਆਹ ਦਾ ਖਰਚਾ ਮੈਂ ਆਪ ਪੇ ਕੀਤਾ ਆ। ਤੁਹਾਡੀ ਇਹਨਾਂ ਨੇ ਤਾਂ ਇਹਨਾਂ ਕੋਲ ਤੁਸੀਂ ਪੈਸਾ ਲਿਆ ਕੋਈ? ਹੈਲੋ, ਮੇਰੇ ਕੋਲ ਮੈਂ ਤੁਹਾਨੂੰ ਟ੍ਰਾਂਸਫਰ ਕਰੂੰ, ਮੈਂ ਸਰ ਤੁਹਾਨੂੰ ਫਿਕਸ ਟ੍ਰਾਂਸਫਰ ਭੇਜੂੰਗਾ। ਮੇਰੀ ਭੈਣ ਦੇ ਸਟੇਟਮੈਂਟ ਅਕਾਊਂਟ ਦੀਆਂ ਸਾਡੇ ਅਕਾਊਂਟ 'ਚ ਟ੍ਰਾਂਸਫਰ ਕੀਤੇ ਉਹ ਵੀ ਚੈੱਕ ਕਰ ਲਿਓ। ਮੈਂ ਪੁੱਛਣਾ ਚਾਹੁੰਦਾ ਤੁਹਾਡਾ ਸਵਾਲ, ਹੋਲਡ ਔਨ ਪਲੀਜ਼, ਲਿਸਨ ਟੂ ਮੀ। ਮੇਰਾ ਸਵਾਲ ਇਹ ਆ, ਹੋਲਡ ਔਨ, ਕੈਨ ਯੂ ਹੋਲਡ 1 ਸੈਕਿੰਡ, ਟੈਲ ਦਿਸ ਗਾਈ ਟੂ ਹੋਲਡ ਔਨ ਪਲੀਜ਼, ਯੂ ਮਸਟ ਹੋਲਡ ਔਨ। ਆਪਣੀ ਲੜਕੀ ਕਹਿ ਰਹੀ ਕਿ 12 ਲੱਖ ਰੁਪਈਆ ਅਸੀਂ ਲਿਆ ਆ, ਮੁੰਡਾ ਕਹਿੰਦਾ ਸੀ ਕੁਛ ਲਿਆ ਨਹੀਂ ਗਿਆ, ਸੋ ਇਟ ਮੀਨਸ ਸਮਥਿੰਗ ਰੋਂਗ ਹੈ। ਹਾਂਜੀ, 1 second, let me ask. Yeah. 1 second, hold on, please. So, sir, line the police up because we're running behind. Okay, ਗੱਲ ਸੁਣੋ। ਮਿਸਟਰ ਧੀਰਜ, ਤੁਸੀਂ ਆਰਗੂਮੈਂਟ ਜ਼ਿਆਦਾ ਕਰ ਰਹੇ, ਮੇਰਾ ਸਵਾਲ ਦਾ ਜਵਾਬ ਦੇਣਾ ਤੁਸੀਂ ਪਲੀਜ਼, ਡੋਂਟ ਬੀ ਗੋ ਫਰਦਰ। ਤੁਸੀਂ ਕੁਝ ਫੀਸ ਚਾਰਜ ਕੀਤੀ ਹੈ, ਕੋਈ ਫੀਸ ਲਈ ਹੈ ਨਾ ਤੋਂ ਕੈਨੇਡਾ ਵਿੱਚ ਭੇਜਣ ਲਈ ਆਪਣੀ ਭੈਣ ਦੇ ਵਾਸਤੇ? ਕਿੰਨੇ ਲੱਖ ਰੁਪਈਆ ਲਿਆ? ਸਰ ਦੇਖੋ, ਮੇਰਾ ਜਸਟ ਡੋਂਟ ਟੈਲ ਮੀ ਦੈਟ, ਜਸਟ ਟੈਲ ਮੀ ਕਿ ਕਿੰਨੇ ਪੈਸੇ ਲਏ ਨੇ। ਮੈਂ ਪੂਰਾ ਕਲੀਅਰ ਕਰ ਦੇਣਾ। ਨੋ ਜਸਟ ਟੈਲ ਮੀ, ਜਸਟ ਕਿੰਨੇ ਪੈਸੇ ਲਏ, ਅਮਾਉਂਟ ਦੀ ਗੱਲ ਕਰੋ, ਡੋਂਟ ਮੇਕ ਅ ਮੈਂ ਸਟੋਰੀ। ਅਮਾਉਂਟ ਗੱਲ ਕਰਨ ਲੱਗਾ ਸਰ, ਮੈਂ ਅਮਾਉਂਟ ਦੀ ਗੱਲ ਕਰਨ ਲੱਗਾ। 20/4/2019 ਨੂੰ 5,50,000 ਪਾਉਂਦੇ ਆ ਤੇ ਮੇਰੀ ਸਿਸਟਰ ਦੀ ਫੀਸ ਜਾਂਦੀ 6,25,500 ਰੁਪਇਆ। ਉਹਦੇ ਵਿੱਚ ਜਿਹੜਾ ਬਾਕੀ ਜਿਹੜਾ ਤੁਸੀਂ ਮਾਈਨਸ ਕਰਕੇ ਵੀ ਅਮਾਉਂਟ ਕਰੋਗੇ, ਮੈਂ ਕਮਰਸ਼ੀਅਲ ਦਾ ਸਟੂਡੈਂਟ ਹੈ। ਧੀਰਜ ਜੀ, ਥੋੜੀ ਜੀ ਗੱਲ ਧੀਰਜ ਨਾਲ ਸੁਣੋ। ਤੁਸੀਂ ਬੱਸਾਂ ਦੇ ਟਿਕਟਾਂ ਕਿਰਾਏ ਨਾ ਗਨਾਈ ਜਾਓ। ਜਿਹੜੀ ਤੁਹਾਨੂੰ ਗੱਲ ਪੁੱਛੀ ਜਾ ਰਹੀ ਹੈ ਟੋਟਲ ਅਮਾਉਂਟ ਦੀ ਗੱਲ ਹੋ ਰਹੀ ਹੈ। ਰੌਲਾ ਤਾਂ ਤੁਹਾਡਾ ਪਹਿਲਾਂ ਹੀ ਚੱਲੀ ਜਾਂਦਾ। ਜੇ ਤਾਂ ਤੁਸੀਂ ਚਾਹੁੰਦੇ ਹੋ ਕੋਈ ਡਿਸਪਿਊਟ ਸੋਲਵ ਹੋ ਜੇ, ਫਿਰ ਤਾਂ ਗੱਲ ਕਰਨ ਦਾ ਫਾਇਦਾ, ਅਸੀਂ ਵੀ ਇਹ ਟਾਈਮ ਖਰਾਬ ਕਰ ਰਹੇ ਹਾਂ। ਗੱਲ 2 ਦਾ ਪੁਆਇੰਟ ਕਰੋ। ਤੁਸੀਂ ਦੱਸੋ ਕਿੰਨੇ ਪੈਸੇ ਲਏ ਨਾ ਤੋਂ, ਇਸ ਪਰਿਵਾਰ ਤੋਂ? ਬਣੇ ਉਹਦੇ ਮੇਰੇ ਤੋਂ ਚੈੱਕ ਪਏ ਆ 6,25,000। ਆਈ ਐਮ ਆਸਕਿੰਗ ਯੂ, ਮੈਂ ਤੁਹਾਡੀ ਲਾਈਨ ਨੂੰ ਡਿਸਕਨੈਕਟ ਕਰ ਰਿਹਾ, ਆਈ ਐਮ ਆਸਕਿੰਗ ਯੂ ਕਿੰਨੇ ਪੈਸੇ ਲਏ ਨੇ? ਅਸੀਂ ਇਹਨਾਂ ਤੋਂ 10,20,000 ਟੋਟਲ ਬਣਦਾ ਪੂਰਾ। 10 ਲੱਖ ਵੀ ਵਿਦ ਟਿਕਟ ਵਿਦ ਇਵਨ ਤੁਸੀਂ ਝੂਠੇ ਹੋ। ਤੁਹਾਡੀ ਭੈਣ ਕਹਿ ਚੁੱਕੀ 12 ਲੱਖ ਲਿਆ, ਐਂਡ ਨਾਓ ਯੂ ਟੈਲਿੰਗ 10। ਇਹ ਲਾਈਨ ਡਿਸਕਨੈਕਟ ਕਰ ਦੋ, ਡਿਸਕਨੈਕਟ ਦਿਸ ਗਾਈਡਲਾਈਨ, ਆਮ ਸੌਰੀ। ਮੈਂ ਬੋਲਣਾ ਚਾਹੂੰਗੀ, ਮੇਰੇ ਭਰਾ ਨੇ ਸਹੀ ਕਿਹਾ ਕਿ 10 ਲੱਖ 12 ਜਿੰਨੇ ਵੀ ਉਹਨੇ ਕਿਹਾ ਤੁਹਾਡੀ ਸਟੇਟਮੈਂਟ ਆਲਰੇਡੀ ਹੋ ਚੁੱਕੀ ਹੈ 12 ਲੱਖ ਦੀ, ਚੇਂਜਿੰਗ ਦੀ ਸਟੋਰੀ। ਪਲੀਜ਼ ਮੇਰੀ ਗੱਲ ਸੁਣ ਲਓ ਤਾਂ, ਪਲੀਜ਼ ਮੇਰੀ ਗੱਲ, ਜਿਵੇਂ ਸਾਰਿਆਂ ਨੇ ਗੱਲ ਪਲੀਜ਼ ਮੇਰੀ ਗੱਲ ਸੁਣ ਲਓ ਪਲੀਜ਼। ਤੁਹਾਡੇ ਸਾਹਮਣੇ ਪਲੀਜ਼ ਮੇਰੀ ਗੱਲ ਸੁਣ ਲਓ। ਸਰ ਇਹਨਾਂ ਨੇ ਚਲੋ ਠੀਕ ਹੈ ਜੀ, ਮੈਂ ਮੰਨਦਾ ਸੱਚੀ ਹੈ, ਠੀਕ ਹੈ ਜੀ। ਇਹਨਾਂ ਨੇ ਇਹਨੂੰ ਪੁੱਛੋ ਕੰਮ ਦੀ ਜਵਾਬ ਨਹੀਂ ਜੀ। ਮੈਂ ਇਹਨੂੰ ਐਡਰੈਸ ਕਿੰਨੀ ਵਾਰ ਤੋਂ ਮੰਗਿਆ ਤੇ ਇਹਦਾ ਮੈਂ ਕਿਹਾ ਮੈਨੂੰ ਦੱਸ ਕਿੱਥੇ ਰਹਿੰਦੀ ਆ। ਵੀ ਮੇਰੇ ਫਾਦਰ ਸਾਹਿਬ ਨਾਲ ਜਿੱਦਾਂ ਅੰਕਲ ਹੈ ਉਹ ਜੌਬ ਕਰਦੇ ਆ, ASI ਆ ਵੀ, ਉਹਨਾਂ ਦੀ ਜਿਹੜੀ ਕੁੜੀ ਆ ਤੇ ਉਹਨਾਂ ਦੇ ਜਿਹੜੇ Anyway, this is we don't have time for that. I'm sorry. This is all nonsense going on. This is true and fact ਕਿ ਇਹਨਾਂ ਨੇ 12 ਲੱਖ ਰੁਪਈਆ ਐਡਮਿਟ ਕੀਤਾ ਆ। ਔਰ ਆਪਣੇ ਤੁਸੀਂ ਕਮਲ ਜੀ, ਤੁਸੀਂ ਵੀ ਆਪਣੇ ਘਰ ਵਾਲੇ ਸਪਾਂਸਰ ਕਿਉਂ? ਪਹਿਲੀ ਗੱਲ ਤਾਂ ਤੁਸੀਂ ਰਿਲੇਸ਼ਨ ਨਹੀਂ ਬਣਾਏ, ਜਿਹੜੇ ਕਿ ਤੁਸੀਂ ਤੁਹਾਡੀ ਸਾਈਡ ਤੋਂ ਨਹੀਂ ਬਣੇ। ਤੁਸੀਂ ਬਲੇਮ ਦੇ ਰਹੇ ਹੋ ਕਿ ਇਹ ਜਿਹੜਾ ਆ ਆਪਣੇ ਕੀ ਨਾਮ ਆ ਗੁਰਪ੍ਰੀਤ ਆ, ਇਹ ਕਹਿੰਦਾ ਨਹੀਂ। ਗੁਰਪ੍ਰੀਤ ਰਿਲੇਸ਼ਨ ਇਹਨਾਂ ਦੀ ਮਦਰ ਨੇ ਨਹੀਂ ਬਣਾਉਣ ਦਿੱਤੇ ਜਾਂ ਤੁਹਾਡੇ ਫਾਦਰ ਨੇ ਨਹੀਂ ਬਣਾਉਣ ਦਿੱਤੇ? ਟੈਲ ਮੀ ਟਰੂ। ਸਾਰੇ ਇਹਨਾਂ ਦੀ ਮਦਰ ਨਹੀਂ ਬਣਾਉਣ ਦਿੱਤੇ ਜੀ। ਓਕੇ ਕਮਲ ਜੀ, ਤੁਹਾਡੀ ਮਦਰ ਨੇ ਤੁਹਾਨੂੰ ਰਿਲੇਸ਼ਨ ਬਣਾਉਣ ਨਹੀਂ ਦਿੱਤੇ? ਜਾਂ ਧੀ ਨੂੰ ਵਿਆਹ ਦਿੱਤਾ ਹੈ ਤਾਂ ਰਿਲੇਸ਼ਨ ਕਿਉਂ ਨਹੀਂ ਬਣਾਉਣ ਦਿੱਤੇ? ਸਰ ਇਹ ਸਾਰਾ ਸੱਚ ਝੂਠ ਹੈ। ਮੇਰਾ ਡਿਸੀਜਨ ਮੈਂ ਖੁਦ ਲੈਂਦੀ ਹਾਂ, ਨਾ ਕਿ ਮੇਰੀ ਫੈਮਿਲੀ ਲੈਂਦੀ ਆ।
ਤੇ ਇੱਕ ਮਿੰਟ, ਇਹ ਸਾਰਿਆਂ ਦਾ ਨਿੱਜੀ ਮਾਮਲਾ ਸੀਗਾ, ਇਹ ਸਾਰਿਆਂ ਨੇ ਮਿਲ ਕੇ ਡਿਸੀਜਨ ਲਿਆ ਸੀ, ਇਕੱਲੇ ਮੇਰੀ ਮਦਰ ਨੇ ਫੈਸਲਾ ਨਹੀਂ ਲਿਆ ਸੀ। ਇਹਨਾਂ ਦੇ ਮਾਮਾ ਜੀ ਨੇ ਇਹ ਖੁਦ ਇਹਨਾਂ ਦੀ ਮਦਦ ਦਾ ਇਹਦੇ- ਕੰਮ ਹੈਗਾ ਜੀ। ਹਾਂਜੀ ਅਸੀਂ ਸਰਪ੍ਰਾਈਜ਼ ਹਾਂ ਜੀ, ਇਦਾਂ ਦੇ ਫੈਸਲੇ ਤੁਸੀਂ ਸਾਰਾ ਪਰਿਵਾਰ ਲੈਂਦੇ ਹੋ। ਤੁਸੀਂ ਕਿਵੇਂ ਲੈ ਸਕਦੇ ਹੋ? ਤੁਸੀਂ ਹਸਬੰਡ ਵਾਈਫ ਹੋ। ਇਹਨਾਂ ਆਪਣੇ ਖੁਦ ਲੈਣੀ ਇਹ ਸਭ ਇਹ ਕਹਿੰਦੇ ਸਾਰੇ ਛੋਟੇ ਆ, ਹਜੇ ਵਿਆਹ ਕਰਤਾ ਆ, ਇਹ ਹਜੇ ਛੋਟੇ ਆ। ਨਹੀਂ ਬਸ ਜੀ, ਤੁਸੀਂ ਇੱਕ ਗੱਲ ਇਹਦਾ ਥੋੜ੍ਹੀ ਮਤਲਬ ਜਿਹੀ ਤੁਸੀਂ ਕੈਨੇਡਾ ਨੂੰ ਮਤਲਬ ਬਦਨਾਮ ਕਰ ਰਹੇ ਹੋ। ਕੈਨੇਡਾ ਮੁਲਕ ਦੇ ਵਿੱਚ ਆਉਣ ਦੀ ਖਾਤਰ ਪੈਸੇ ਲੈ ਕੇ ਇੱਕ ਤੁਸੀਂ ਇਹਨੂੰ ਸੇਲ ਤੇ ਲਾਇਆ ਹੋਇਆ ਕੈਨੇਡਾ। ਤੁਸੀਂ ਇਮੀਗ੍ਰੇਸ਼ਨ ਜਿਹੜੀ ਹੈ ਤੁਸੀਂ ਇੱਕ ਮਜ਼ਾਕ ਸਮਝਦੇ ਹੋ, ਇੱਕ ਫਰਾਡ ਹੈ। ਆਈ ਐਮ ਗੋਇੰਗ ਟੂ ਕਾਲ ਟੂ ਆਰਸੀਐਮਪੀ ਕਿ ਜੀ। ਤੁਸੀਂ ਪੈਸੇ ਲੈ ਕੇ ਕੈਨੇਡਾ ਵਿੱਚ ਐਂਟਰ ਹੋਏ ਹੋ ਔਰ ਯੂ ਨਾਟ ਰੀਅਲੀ ਮੈਰਿਡ ਪਰਸਨ। ਤੁਸੀਂ ਫਰਾਡ ਕਰਦੇ ਹੋ ਕਮਲ। ਆਈ ਐਮ ਟੈਲਿੰਗ ਯੂ ਯੂ ਡਿਡ ਫਰਾਡ। ਤੁਸੀਂ ਫਰਾਡ ਕੀਤਾ ਹੈ। ਵੀ ਗੋਇੰਗ ਟੂ ਇਨਫੋਰਮ ਟੂ ਆਰਸੀਐਮਪੀ ਕਿ ਤੁਸੀਂ ਫਰਾਡ ਕੀਤਾ ਹੈ। ਦੂਸਰੇ ਪਾਸੇ ਕਮਲ ਤੁਸੀਂ ਗਲਤ ਇਨਫੋਰਮੇਸ਼ਨ ਐਨਆਰਆਈ ਡਿਪਾਰਟਮੈਂਟ ਨੂੰ ਭੇਜ ਰਹੇ ਹੋ ਕਿ ਤੁਹਾਡਾ ਇਨ-ਲॉ ਕਹਿੰਦਾ ਕਿ ਤੈਨੂੰ ਮੈਂ ਮਾਰ ਕੇ ਵੱਢ ਕੇ ਸੱਟ ਦੂੰ। ਯੂ ਲਾਈਂਗ। ਇਹ ਲਾਈਨ ਨਹੀਂ ਹੈ, ਇਹ ਸੱਚ ਆ। ਨੋ ਸੱਚ ਮੈਨੂੰ ਪ੍ਰੂਫ ਦਿਓ ਮੈਨੂੰ। ਰਿਕਾਰਡਿੰਗਸ ਹੈਗੀਆਂ ਆ, ਸਾਰਾ ਕੁਝ ਓਕੇ ਸੱਚ ਆ। ਰਿਕਾਰਡਿੰਗ ਪ੍ਰੋਸੀਡ ਕਰੋ। ਚਲੋ ਰਿਕਾਰਡਿੰਗ ਸੁਣਾਓ ਮੈਨੂੰ ਇੱਕ ਵੀ। ਤੇ ਇੱਕ ਮਿੰਟ, ਜਿਹੜਾ ਇਹਨਾਂ ਨੇ 25 ਲੱਖ ਲਿਆ ਪਹਿਲਾਂ ਫੋਰਗੇਟ ਵਰਡ 25 ਲੱਖ। ਤੁਸੀਂ ਇਹਦੀ ਰਿਕਾਰਡਿੰਗ ਲਿਸਨ ਡੋਨਟ ਟਾਕ ਟੂ ਮਚ। ਹੋਲਡ ਔਨ ਪਲੀਜ਼। ਹੋਲਡ ਲਿਸਨ ਟੂ ਮੀ। ਰਿਕਾਰਡਿੰਗ ਦਿਓ ਮੈਨੂੰ, ਸੁਣਾਓ ਆਪਣੀ। ਤੇ ਮੇਰਾ ਬਾਈ ਲਾਅ ਕੇਸ ਲੜ ਰਹੇ ਆ। ਤੁਸੀਂ ਮੈਨੂੰ ਇੱਕ ਡਸਨਟ ਮੈਟਰ ਮੈਨੂੰ ਰਿਕਾਰਡਿੰਗ ਸੁਣਾਓ ਜਿਹਦੇ ਵਿੱਚ ਥ੍ਰੈਟ ਕੀਤਾ ਗਿਆ ਆ। ਸਰ ਇੱਕ ਮਿੰਟ, ਪਹਿਲਾਂ ਮੇਰੀ ਗੱਲ ਸੀ। No, you listen to me what I'm saying. ਮੇਰੀ ਗੱਲ ਤਾਂ ਸੁਣੋ। No, I'm sorry. You listen to me what I'm saying. You lying. ਤੂੰ ਝੂਠ ਬੋਲ ਰਹੇ ਹੋ। ਤੁਹਾਡਾ ਬ੍ਰਦਰ 10 ਲੱਖ ਕਹਿ ਰਿਹਾ ਹੈ, ਤੁਸੀਂ 12 ਲੱਖ ਕਹਿ ਰਹੇ ਹੋ। ਤੁਸੀਂ ਕਹਿੰਦੇ ਮੈਂ ਫਾਦਰ ਨੂੰ ਥ੍ਰੈਟ ਕੀਤਾ, ਮੈਂ ਰਿਕਾਰਡਿੰਗ ਹੈ। ਰਿਕਾਰਡਿੰਗ ਤੁਹਾਡੇ ਕੋਲ ਨਹੀਂ ਹੈ, ਸੁਣਾਓ। ਬਿਕੋਜ਼ ਕਿਹੜਾ ਮੁੰਡੇ ਦਾ ਫਾਦਰ ਕਹਿ ਦਊਗਾ ਜਿਹੜਾ ਪੈਸੇ ਖਰਚ ਕੇ ਤੈਨੂੰ ਮੈਂ ਮਾਰ ਦਊਂਗਾ। ਤੂੰ ਝੂਠ ਬੋਲਣੀ ਹੈ ਪੁਲਿਸ ਦੇ ਕੋਲ। ਸਰ ਇਹ ਮੇਰੇ ਪੈਂਟ 'ਚ ਗਲਾ ਫੈਲੀਆਂ ਹੋਈਆਂ ਆ। ਡਸਨਟ ਮੈਟਰ ਫੈਲੀਆਂ ਹੋਈਆਂ ਨਹੀਂ। ਤੁਸੀਂ ਮੈਨੂੰ ਦੱਸੋ। You told me you have recording. Where is the recording? ਮੈਂ ਇੱਕ You lying. ਉਸ person You ਨੂੰ- talk too much. ਇੱਕ ਪਰਸਨ ਨੂੰ ਲਾਈਵ ਕੀਤਾ ਜਾਵੇ। No, excuse me. ਤੁਸੀਂ ਝੂਠ ਬੋਲ ਰਹੇ ਹੋ। ਮੈਂ ਤੁਹਾਨੂੰ ਡਿਕਲੇਅਰ ਕਰ ਰਿਹਾ ਕਿ ਤੁਸੀਂ ਝੂਠੇ ਹੋ। ਕੁੜੀ ਤੇ ਕਿਉਂ ਟਿਕ ਜਾਂਦੀ ਲਾਈਨ ਅਸੀਂ ਲਾਈਨ ਤੋਂ ਡਿਸਕਨੈਕਟ ਕਰ ਰਹੇ ਹਾਂ ਬਿਕੋਜ਼ ਤੁਸੀਂ ਝੂਠੇ ਹੋ। ਕਿਉਂ ਝੂਠੇ ਆ ਸਰ? ਯੂ ਆਰ ਬਿਕੋਜ਼ ਤੁਹਾਡਾ ਭਰਾ 10 ਲੱਖ 20 ਕਹਿ ਰਿਹਾ, ਤੁਸੀਂ 12 ਕਹਿ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਮੇਰੇ ਤੇ ਨਹੀਂ ਆ, ਇੱਕ ਕੁੜੀ ਬਦਨਾਮ ਨਹੀਂ ਹੁੰਦੀ ਹੈਗੀ। ਡਸਨਟ ਮੈਟਰ। ਤੁਸੀਂ ਕੀ ਕਰਦੀ ਕੁੜੀਆਂ ਕੈਨੇਡਾ ਵਿੱਚ ਆਣ ਕੇ ਬਹੁਤ ਵੱਡੀ ਗਿਣਤੀ ਵਿੱਚ ਪੈਸੇ ਲਵਾ ਕੇ ਮੁੰਡਿਆਂ ਦੇ ਇੱਥੇ ਆਣ ਕੇ ਮੁੱਕਰ ਰਹੀਆਂ। ਤੁਸੀਂ ਲੋਕ ਜਿਹੜੇ ਬਦਨਾਮ ਕਰ ਰਹੇ ਇਸ ਮੁਲਕ ਨੂੰ। ਤੁਸੀਂ ਲੋਕ ਜਿਹੜੇ ਕਰਪਟ ਲੋਕ ਹੋ। ਸਰ ਇੱਕ ਗੱਲ ਹੋਰ ਹੈ ਮੇਰੀ। ਆਈ ਐਮ ਟੈਲਿੰਗ ਯੂ। ਤੁਸੀਂ ਸਮਝਦੇ ਹੋ ਕਿ ਤੁਹਾਨੂੰ ਆਈ ਡੋਨਟ ਕੇਅਰ ਕਿ ਤੁਹਾਨੂੰ ਐਮਐਲਏ ਜਾਣਦਾ ਜਾਂ ਮਿਨਿਸਟਰ ਜਾਣਦਾ। ਤੁਸੀਂ ਇਸ ਸਾਡੇ ਸੋਹਣੇ ਸੁੰਦਰ ਮੁਲਕ ਨੂੰ ਬਦਨਾਮ ਕਰ ਦਿੱਤਾ ਆ। ਤੁਸੀਂ ਸਿਸਟਮ ਨੂੰ ਕਰਪਟ ਕਰ ਦਿੱਤਾ ਆ। ਤੁਸੀਂ ਫੀਸ ਲਵਾ ਕੇ ਮੁੰਡੇ ਵਾਲਿਆਂ ਤੋਂ ਇੱਥੇ ਆਣ ਕੇ ਮੁੱਕਰ ਜਾਂਦੇ ਹੋ। ਤੇ ਮੁੰਡੇ ਵਾਲੇ ਜਿਹੜੇ ਫੀਸ ਲਾ ਕੇ ਭੇਜਦੇ ਉਹ ਨਹੀਂ ਕਰਪਸ਼ਨ ਕਰਦੇ, ਉਹ ਜ਼ਿਆਦਾ ਕਰਪਸ਼ਨ ਕਰਦੇ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਫੀਸ ਕਿਉਂ ਲਈ ਆ? ਤੁਸੀਂ ਫੀਸ ਕਿਉਂ ਲਈ ਆ? ਸਾਨੂੰ ਨੀਡ ਸੀਗੀ, ਅਸੀਂ ਤਾਂ ਲਈ। ਇਟ ਮੀਨਸ ਓਕੇ ਫਾਈਨ ਓਕੇ। ਪਰ ਕਮਲਜੀਤ ਜੀ ਮਤਲਬ ਇਹ ਤਾਂ ਨਹੀਂ ਜੇ ਤੁਹਾਨੂੰ ਲੋੜ ਸੀ ਤੁਸੀਂ ਉਹ ਮਤਲਬ ਆਪਣਾ ਕੱਢ ਲਿਆ ਤੇ ਹੁਣ ਉਹਨਾਂ ਦੀ ਗੱਲ ਹੀ ਨਹੀਂ ਸੁਣਨੀ। ਭੈਣ ਮੇਰੀ ਇਹ ਉੱਥੇ ਗਲਤ ਹੈ। ਮੈਂ ਉਹਨਾਂ ਨੂੰ ਕਾਗਜ਼ ਭੇਜਣੇ ਸੀਗੇ ਲਾਕਡਾਊਨ ਵਿੱਚ, ਮੈਂ ਕਿਹੜੇ ਕਾਗਜ਼ ਭੇਜ ਦਿੰਦੀ। ਇਹਨਾਂ ਨੇ ਮੈਨੂੰ ਮੇਰੇ ਘਰਦਿਆਂ ਨੂੰ ਟਾਰਚਰ ਕੀਤਾ ਬਹੁਤ ਜ਼ਿਆਦਾ। ਕੋਈ ਘਰ ਨੇ ਟਾਰਚਰ ਨਹੀਂ ਕੀਤਾ, ਤੁਸੀਂ ਟਾਰਚਰ ਕੀਤਾ। ਤੁਹਾਡੀ ਮਦਰ ਜਿਹੜੀ ਆ ਉਹ ਬਹੁਤ ਗਲਤ ਤਰੀਕੇ ਨਾਲ ਤੁਹਾਡੇ ਬ੍ਰਦਰ ਦੋਨੇ ਬਿਹੇਵ ਕਰਦੇ ਆ ਟੈਲੀਫੋਨ ਤੇ। ਮੇਰੇ ਨਾਲ ਉਹਨੇ ਮਿਸਬਿਹੇਵ ਕੀਤਾ ਵਿਚ ਇਜ਼ ਆਈ ਹੈਵ ਰਿਕਾਰਡਡ। ਓਕੇ ਸੈਕੰਡ ਥਿੰਗ ਯੂ ਟਾਕ ਟੂ ਮਚ। ਤੇਰਾ ਬਿਹੇਵੀਅਰ ਗੱਲ ਕਰਨ ਦਾ ਤਰੀਕਾ ਠੀਕ ਨਹੀਂ ਹੈ। ਆਈ ਐਮ ਸੈਕੰਡ ਥਿੰਗ ਤੁਸੀਂ ਝੂਠ ਬੋਲਦੇ ਹੋ। ਤੇਰਾ ਬ੍ਰਦਰ ਕਹਿ ਰਿਹਾ ਹੈ ਕਿ 10 ਲੱਖ 20 ਨਾਓ ਯੂ ਟੈਲਿੰਗ ਮੀ ਯੂ ਮਸਟ ਇਹ ਬੰਦ ਕਰੋ ਲਾਈਨ ਨੂੰ, ਇਹਨੂੰ ਹੋਲਡ ਕਰਾਓ ਲਾਈਨ ਨੂੰ। ਇਸ ਲਾਈਨ ਨੂੰ ਹੋਲਡ ਕਰਾਓ ਪਲੀਜ਼ ਕਾਈਂਡਲੀ। ਇਹ ਲੜਕੀ ਜਿਹੜੀ ਹੈ 12 ਲੱਖ ਕਹਿ ਰਹੀ ਹੈ। ਸੋ ਇਹ ਲੱਖ ਗੁਰਪ੍ਰੀਤ ਕਿੰਨਾ ਪੈਸਾ ਤੁਹਾਡਾ ਖਰਚਾ ਆਇਆ ਟੋਟਲ? ਸਰ ਟੋਟਲ ਆਪਣਾ ਤਕਰੀਬਨ 23 ਲੱਖ ਦੇ ਕਰੀਬ ਆਇਆ ਖਰਚਾ ਜਿਹੜਾ ਸਾਰਾ ਆਇਆ। ਆਈ ਸੀ। ਤੁਹਾਡੀ ਫੀਸ ਕਿੰਨੀ ਦਿੱਤੀ ਆ? ਕਿੱਥੇ ਖਰਚਿਆ ਪੁੱਛੋ ਜ਼ਰਾ। ਇਹ ਮੈਨੂੰ ਕਹਿੰਦੇ ਆ 2.5 ਲੱਖ ਦੇ ਭਾਂਡੇ ਲੈ ਕੇ ਦਿੱਤੇ। ਕਿਹੜਾ ਸਟੂਡੈਂਟ ਮੈਨੂੰ ਇੱਥੇ ਦੱਸ ਦਿਓ ਜਿਹੜੇ 2.5 ਲੱਖ ਦੇ ਭਾਂਡੇ ਲੈ ਕੇ ਆਉਂਦਾ। ਇਹਨਾਂ ਨੇ ਭਾਂਡੇ ਸਟੀਲ ਦੇ। ਕਮਲਜੀਤ ਜੀ ਤੁਸੀਂ 1 ਸਾਲ ਦੀ ਫੀਸ ਭਰ ਕੇ ਆਏ ਸੀਗੇ ਜਾਂ 1 ਸਮੈਸਟਰ ਦੀ ਭਰ ਕੇ ਆਏ ਸੀ? 2 ਸਮੈਸਟਰ ਦੀ ਭਰੀ ਫੀਸ ਤੁਸੀਂ? ਸਰ ਇੱਕ ਸਮੈਸਟਰ ਦੀ ਕਰਕੇ 1 ਸਾਲ ਦੀ ਭਰੀ, ਜਾਨੀ ਤੁਸੀਂ 2 ਸਮੈਸਟਰ ਦੀ ਫੀਸ ਭਰੀ ਪਲੱਸ ਤੁਸੀਂ $10,200 ਜਿਹੜਾ ਉਹ GIC ਦਾ ਵੀ ਭਰਿਆ ਹੋਣਾ। ਇਹਨਾਂ ਨੇ ਬਾਕੀ ਸਰ ਜੋ ਸ਼ਾਪਿੰਗ ਵਗੈਰਾ ਕਰਾਈ ਹੋਈ ਹੈ ਜੋ ਸਾਰਾ ਖਰਚਾ ਜੋ ਵੀ ਆ ਮਤਲਬ ਜੋ ਰਿੰਗ ਸਰਮਨੀ ਦਾ ਵੀ ਖੁਦ। ਪਰ ਸਮੱਸਿਆ ਇਹ ਆ ਕਿ ਤੁਹਾਡੀ ਕਮਜ਼ੋਰੀ ਇਹ ਹੈ ਕਿ ਤੁਸੀਂ ਤੁਹਾਡੀ ਇਹਦੀ ਕੁੜੀ ਦੇ ਮਦਰ ਨੇ ਇਹਨਾਂ ਮੁੰਡੇ ਨਾਲ ਰਿਲੇਸ਼ਨ ਨਹੀਂ ਬਣਾਉਣ ਦਿੱਤਾ। ਭਰਾ ਰੋ ਜਾਂਦਾ ਰਿਹਾ, ਨਾਲ ਜਾਂਦਾ ਰਿਹਾ। ਸੋ ਇਹਨਾਂ ਦੀ ਤੁਹਾਡੀ ਕਮਜ਼ੋਰੀ ਗੁਰਪ੍ਰੀਤ ਇਹ ਰਹੀ ਹੈ ਇੱਥੇ ਕਿ ਤੁਸੀਂ ਇਹ ਉੱਥੇ ਨਜਿੱਠਣਾ ਸੀਗਾ ਕਿ ਰਿਲੇਸ਼ਨ ਨਹੀਂ ਬਣਾਏ ਤਾਂ ਤੁਸੀਂ ਇਹਨਾਂ ਨੂੰ ਫੀਸ ਨਹੀਂ ਦੇਣੀ ਸੀਗੀ।
ਇਹ ਪਹਿਲਾਂ ਹੀ ਚਾਹੁੰਦੇ ਸੀਗੇ ਕਿ ਤੁਹਾਡੇ ਨਾਲ ਹੀਰਾਫੇਰੀ ਕਰਨਾ। ਜੀ, ਪਰ ਬਸ ਸਾਹਿਬ ਇੱਕ ਗੱਲ ਇੱਥੇ ਇਹ ਵੀ ਆ ਕਿ ਕਈ ਵਾਰੀ ਐਵੇਂ ਹੁੰਦਾ ਕਿ ਮੋਸਟਲੀ ਵਿਆਹਾਂ ਦੇ ਵਿੱਚ ਮੀਆਂ ਬੀਵੀ ਦੀ ਜਿੱਥੇ ਅਰੇਂਜ ਮੈਰਿਜ ਹੁੰਦੀ ਆ, ਲੋਕ 2-2 3-3 ਮਹੀਨੇ ਕੱਢ ਦਿੰਦੇ। ਜ਼ਰੂਰੀ ਨਹੀਂ ਕਿ ਤੁਸੀਂ ਫਿਜ਼ੀਕਲ ਰਿਲੇਸ਼ਨ ਬਣਾਉਣਾ ਹੀ ਆ, ਇਹ ਵੀ ਇੱਕ ਗੱਲ ਸੱਚੀ ਆ। ਉਹ ਅੰਡਰਸਟੈਂਡਿੰਗ ਦੇ ਬੇਸਿਸ ਤੇ ਕੱਢ ਦਿੰਦੇ ਆ। ਇਹਨਾਂ ਵਾਲੇ ਕੇਸ ਦੇ ਵਿੱਚ ਇਹ ਰਿਲੇਸ਼ਨ ਜਾਂ ਹੋਰ ਚੀਜ਼ਾਂ ਤਾਂ ਮੈਟਰ ਕਰ ਰਹੀਆਂ ਕਿਉਂਕਿ ਇਹਨਾਂ ਨੇ ਇੱਕ ਦੂਜੇ ਨੂੰ ਸਮਝਣ ਦੀ ਖਾਤਰ ਨਹੀਂ, ਦੋਨੇ ਕਹਿ ਰਹੇ ਕਿ ਸਾਡੀ ਫੈਮਿਲੀ ਦਾ ਡਿਸੀਜਨ ਸੀ। ਪਹਿਲੀ ਗੱਲ ਤਾਂ ਹੈਰਾਨ ਆ ਕਿ ਇਹੋ ਜਿਹਾ ਡਿਸੀਜਨ ਸਾਰਾ ਟੱਬਰ ਲਈ ਜਾਂਦਾ। ਮੀਆਂ ਬੀਵੀ ਦੀ ਅੰਡਰਸਟੈਂਡਿੰਗ ਹੋਣਾ, ਜਾਂ ਉਹ ਕਹਿ ਦਿੰਦੇ ਆ ਕਿ 2 ਮਹੀਨਿਆਂ 'ਚ ਅਸੀਂ ਇੱਕ ਦੂਜੇ ਨੂੰ ਸਮਝ ਲਾਂਗੇ। ਜਿਹੜਾ ਹਨੀਮੂਨ ਤੇ ਵੀ ਲੋਕ ਜਾਂਦੇ, ਪਰਪਸ ਹੁੰਦਾ ਉਹਦਾ ਵੀ, ਉਹ ਜਸਟ ਐਵੇਂ ਨਹੀਂ ਹੁੰਦਾ। ਸੰਤ ਸਾਹਿਬ, ਕਦੇ ਵੀ ਕੋਈ ਵੀ ਵਿਅਕਤੀ ਦੁਨੀਆ ਦੇ ਵਿੱਚ 2-3 ਮਹੀਨੇ ਵਿਆਹ ਤੋਂ ਬਾਅਦ ਰਿਲੇਸ਼ਨ ਤੋਂ ਬਗੈਰ ਕਦੇ ਵੀ ਐਸਾ ਕੋਈ ਮੇਰਾ ਖਿਆਲ ਨਹੀਂ ਹੋਊਗਾ। ਇੱਕ ਅੱਧਾ ਵਿਅਕਤੀ ਹੋ ਸਕਦਾ ਆ ਦਿਸ ਇਜ਼ ਅ ਟਰੂ ਐਂਡ ਫੈਕਟ ਕਿ ਇਹਨਾਂ ਦਾ ਪਹਿਲਾਂ ਹੀ ਆਪਸ ਵਿੱਚ ਇੱਕ ਜਿਹੜਾ ਜੀ ਇਹਨਾਂ ਦੇ ਕੇਸ ਦੇ ਵਿੱਚ ਕਾਲਾ ਮਾਲਾ ਹੋ ਸਕਦਾ। ਮੈਂ ਜਿਹੜੀ ਐਗਜ਼ਾਮਪਲ ਦੇ ਰਿਹਾ ਉਹ ਇੱਕ ਦੂਜੇ ਨੂੰ ਸਮਝਣ ਵਾਸਤੇ ਲੈ ਜਾਂਦੇ ਆ ਜੀ ਲੋਕ ਕਦੇ-ਕਦੇ ਨਾ, ਜਿਹੜਾ ਕੁਝ ਕੇਸਸ ਦੇ ਵਿੱਚ ਹੁੰਦਾ। ਬਟ ਇਹਨਾਂ ਵਾਲੇ ਕੇਸ ਦੇ ਵਿੱਚ ਕਾਲਾ ਮਾਲਾ ਕਹਿੰਦੇ ਟੱਬਰ ਦਾ ਫੈਸਲਾ ਸੀ ਜੀ। ਆਈ ਸੀ। ਐਨੀਵੇ ਇਸ ਸਟੋਰੀ ਨੂੰ ਅਸੀਂ ਪੈਂਡਿੰਗ ਛੱਡਦੇ ਹਾਂ। ਅੱਜ ਅਸੀਂ ਪਬਲਿਕ ਓਪੀਨੀਅਨ ਜਿਹੜੀ ਆ, ਮੇਰੇ ਪਾਸ ਸਮਾਂ ਬੜਾ ਘੱਟ ਹੈ, ਤੇ ਊਰਾ ਡੈਪਟ ਸੋਲੂਸ਼ਨ ਦੇ ਬੜੇ ਧੰਨਵਾਦੀ ਅੱਜ ਅਸੀਂ ਗੱਲਬਾਤ ਨਹੀਂ ਕਰ ਸਕੇ। ਜੇ ਤੁਸੀਂ ਕੈਨੇਡਾ ਦੇ, ਅਮਰੀਕਾ ਦੇ ਕਿਸੇ ਵੀ ਸ਼ਹਿਰ ਵਿੱਚ ਰਹਿੰਦੇ ਹੋ, ਤੁਸੀਂ ਆਪਣਾ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ ਤਾਂ ਊਰਾ ਡੈਪਟ ਸੋਲੂਸ਼ਨ ਵਾਲੇ ਤੁਹਾਡਾ ਕਰਜ਼ਾ ਮਾਫ ਕਰਾ ਦਿੰਦੇ ਨੇ, ਤਾਂ ਫੀਸ ਬਾਅਦ ਵਿੱਚ ਆਪਣੀ ਚਾਰਜ ਕਰਦੇ ਨੇ। ਸੋ ਊਰਾ ਡੈਪਟ ਸੋਲੂਸ਼ਨ ਦੇ CEO ਅਮਰਜੀਤ ਮਾਨ ਜੀ ਕਿਸੇ ਕਾਰਨ ਕਰਕੇ ਅਸੀਂ ਅੱਜ ਲਾਈਨ ਤੇ ਨਹੀਂ ਆ ਸਕੇ, ਵੀ ਅਪੋਲੋਜਾਈ। ਜੇ ਤੁਸੀਂ ਆਪਣਾ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ, ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿੱਚ ਹੋ, ਅਮਰੀਕਾ ਵਿੱਚ ਹੋ, ਤੁਸੀਂ ਕਰਜ਼ਾ ਮਾਫ ਕਰਾਉਣ ਲਈ 888 ਤੇ ਫੋਨ ਕਰ ਸਕਦੇ ਹੋ। ਸਵੀਟ ਬੈਲ ਦੇ ਸੁੱਖਾ ਜੀ ਦਾ ਇੱਕ ਨੰਬਰ ਨੋਟ ਕਰ ਲਓ, 400-679-9191, ਅਤੇ ਫਰਨੀਚਰ ਖਰੀਦਣ ਲਈ ਫਰੈਂਡਸ ਫਰਨੀਚਰ ਤੇ ਬਹੁਤ ਵੱਡੀ ਸੇਲ ਲੱਗੀ ਹੋਈ ਹੈ, ਤੁਸੀਂ ਜਾ ਸਕਦੇ ਹੋ। ਔਰ ਅਸੀਂ ਕਮਲ ਅਤੇ ਗੁਰਪ੍ਰੀਤ ਅਸੀਂ ਇੱਥੇ ਸਟੋਰੀ ਨੂੰ ਬੰਦ ਕਰਦੇ ਹਾਂ। ਅਸੀਂ ਪਬਲਿਕ ਓਪੀਨੀਅਨ ਨਹੀਂ ਲੈ ਸਕਦੇ ਕਿਉਂਕਿ ਸਾਡੇ ਕੋਲ ਸਮਾਂ ਘੱਟ ਹੈ। ਅਸੀਂ ਇਸ ਸਟੋਰੀ ਨੂੰ ਅੱਗੇ ਚੱਲ ਕੇ ਕਰਾਂਗੇ। ਪਰ ਕਮਲ, ਕੋਸ਼ਿਸ਼ ਕਰੋ ਕਿ ਜਦ ਤੁਸੀਂ ਕਿਸੇ ਵੀ ਹੋਸਟ ਨਾਲ ਗੱਲ ਕਰਦੇ ਹੋ, ਵਿਦ ਮੈਨਰਸ ਗੱਲ ਹੋਣੀ ਬਹੁਤ ਜ਼ਰੂਰੀ ਹੈ। ਔਰ ਤੁਸੀਂ ਹਾਈ ਪਿਚ ਵਿੱਚ ਗੱਲ ਕਰਦੇ ਹੋ, ਇਜ਼ ਨਾਟ ਐਕਸੈਪਟੇਬਲ। ਆਈ ਕਾਲ ਯੂ 2 ਟਾਈਮਸ, ਔਰ ਤੁਹਾਡਾ ਬ੍ਰਦਰ, ਔਰ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਅਸੀਂ ਹਾਈ ਪਿਚ ਵਿੱਚ ਤੇ ਗਲਤ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਆ। ਇਸ ਕੈਨ ਬੀ ਚਾਰਜ, ਤੁਸੀਂ ਲੋਕ ਚਾਰਜ ਹੋਵੋਗੇ ਗਲਤ ਇਨਫੋਰਮੇਸ਼ਨ ਦੇ ਕੇ। ਆਈ ਐਮ ਟੈਲਿੰਗ ਯੂ। ਔਰ ਤੁਸੀਂ ਪ੍ਰੋਸੀਡ ਨਹੀਂ ਕਰ ਸਕੇ। ਕਿਹੜੇ ਥ੍ਰੈਟ ਕੀਤੇ ਆ? ਕੋਈ ਥ੍ਰੈਟ ਨਹੀਂ ਕੀਤਾ, ਕੋਈ ਤੁਹਾਡੇ ਕੋਲ ਰਿਕਾਰਡਿੰਗ ਨਹੀਂ ਹੈ। ਤੁਸੀਂ ਹੀਰਾਫੇਰੀ ਕੀਤੀ ਪਰਿਵਾਰ ਨਾਲ। ਇਹਦੇ ਪਾਸ, ਮੇਰੇ ਪਾਸ ਪੁਖਤਾ ਪ੍ਰੂਫ ਨੇ ਜਿਹੜੇ ਕਿ ਅਸੀਂ ਕੋਰਟ ਵਿੱਚ ਪ੍ਰੋਸੀਡ ਕਰ ਸਕਦੇ ਹਾਂ। ਇੱਥੋਂ ਦੇ ਆਰਸੀਐਮਪੀ ਨੂੰ, CBSE ਨੂੰ ਦੇ ਰਹੇ ਹਾਂ। ਜੂ ਮੈਰਿਡ, ਇੱਕ ਫੇਕ ਮੈਰਿਜ ਕੀਤੀ ਆ, ਇੱਕ ਕੈਨੇਡਾ ਆਉਣ ਦੀ ਖਾਤਰ ਤੇ ਕੋਈ ਫੀਸ ਨਹੀਂ ਸੀ, ਤੂੰ ਫੀਸ ਲਈ ਆ ਤੇ ਗਲਤ ਵਿਆਹ ਕੀਤਾ ਆ, ਜਿਹੜਾ ਕਿ ਟਰੂ ਐਂਡ ਫੈਕਟ ਹੈ ਇਹ। ਔਰ ਤੁਸੀਂ ਉਹ ਕਿਹਾ ਕਿ ਆਈ ਐਮ ਟੈਲਿੰਗ ਯੂ, ਔਰ ਯੂ ਡਿਡ ਫਰਾਡ। ਹਾਂਜੀ ਹਾਂਜੀ, ਮੈਂ ਇੱਕ ਗੱਲ ਕਹਿਣਾ ਚਾਹੂੰਗੀ। ਆਈ ਐਮ ਸੌਰੀ, ਨੋ ਟਾਈਮ ਫॉर दैट। Okay, I'm going to drop you. So Sidhu Sahab, I tell him you drop this call. ਹਾਂਜੀ, ਇਸ ਨੂੰ ਡ੍ਰੌਪ ਕਰ ਦਿੱਤੀ ਜਾਵੇ ਕਾਲ। ਸੋ ਅਸੀਂ ਦੋਨਾਂ ਹੀ ਕਿਸੇ ਨੂੰ ਪਾਰਟ ਨੂੰ ਟਾਈਮ ਨਹੀਂ ਦੇ ਰਹੇ, ਨਾ ਗੁਰਪ੍ਰੀਤ ਦੇ ਰਹੇ ਹਾਂ, ਨਾ ਇਹਨੂੰ ਦੇ ਰਹੇ ਹਾਂ। ਪਰ ਇਹ ਟਰੂ ਹੈ ਕਿ ਇਸ ਲੜਕੀ ਦੇ ਇਸ ਪਰਿਵਾਰ ਨੇ ਸ਼ਾਦੀ ਕਰਨ ਤੋਂ ਬਾਅਦ ਇੱਕ ਦਿਨ ਵੀ ਇਹਦੀ ਮਾਂ ਨੇ ਰਿਲੇਸ਼ਨ ਨਹੀਂ ਬਣਾਉਣ ਦਿੱਤੇ। ਦੂਜਾ, ਉਹਨਾਂ ਤੋਂ ਲੱਖਾਂ ਹੀ ਰੁਪਈਆ ਲੈ ਲਿਆ, ਫੀਸ ਲੈ ਕੇ ਕੈਨੇਡਾ ਆ ਗਈ ਆ। ਹੁਣ ਮੁੰਡੇ ਨੂੰ ਜਵਾਬ ਦਿੱਤਾ, ਉਹਨਾਂ ਗੱਲ ਨਹੀਂ ਕਰਦੇ। ਜੇ ਕੋਵਿਡ ਵੀ ਹੈ ਤਾਂ ਵੀ ਦੱਸੋ ਕਿ ਕੋਵਿਡ ਦੇ ਵਿੱਚ ਅਸੀਂ ਸਪਾਂਸਰ ਨਹੀਂ ਕਰ ਸਕਦੇ, ਵੇਟ ਕੀਤੀ ਜਾਵੇ। ਸਗੋਂ ਕਿ ਡਰਾਉਂਦੇ ਨੇ, ਸਗੋਂ ਕਿ ਇਹ ਬੈਠੀ ਇੱਥੋਂ NRI ਥਾਣੇ ਨੂੰ ਰਿਪੋਰਟ ਦੇ ਰਹੀ ਆ। ਮੈਂ NRI ਡਿਪਾਰਟਮੈਂਟ ਨਾਲ ਗੱਲ ਕੀਤੀ ਆ, ਇਹ ਝੂਠ ਬੋਲਦੀ ਆ ਕਿ ਮੈਨੂੰ ਕਹਿੰਦਾ ਜੀ ਮੇਰਾ ਸਹੁਰਾ ਮਾਰ ਦਊਗਾ। ਸਹੁਰਾ ਕਿਵੇਂ ਮਾਰ ਦਊਗਾ? ਸਹੁਰਾ ਚਾਹੁੰਦਾ ਕਿ ਮੇਰੀ ਲੜਕੀ ਜਿਹੜੀ ਹੈ, ਮੇਰੀ ਨੂੰਹ ਧੀ ਆ, ਮੇਰੇ ਬੱਚੇ ਨੂੰ ਲਿਜਾਣਾ ਆ, ਪੈਸੇਦਾਰ ਖਰਚੇ ਆ, ਉਹ ਕਿਵੇਂ ਥ੍ਰੈਟ ਕਰ ਸਕਦਾ? ਇੱਕ ਸਟੋਰੀ ਬਣਾ ਰਹੀ ਹੈ। ਸੋ ਇਹ ਇਹਨਾਂ ਲੋਕਾਂ ਦੀ ਸੁਣਨ ਦੇ ਬਾਅਦ ਅੱਜ ਦਾ ਪ੍ਰੋਮਿਸ ਇੱਥੇ ਸਮਾਪਤ ਕਰਨ ਦੀ